ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰ ਰਹੇ ਹਾਂ। ਜਿੰਨੀ ਕੁ ਸੋਝੀ ਗੁਰਦੁਆਰਾ ਗੁਰਬਾਣੀ ਬਖਸ਼ਦੀ ਹੈ, ਉਨੀ ਕੁ ਵਿਚਾਰ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ। ਜਿਵੇਂ ਪਿੱਛੇ ਸਾਹਿਬ ਦਾ ਬਚਨ ਜੋ ਵਿਚਾਰਿਆ ਸੀ, ਮੰਨੇ ਕੀ ਗਤ ਕਹੀ ਨਾ ਜਾਏ, ਉਸ ਤੋਂ ਜਿਹੜਾ ਅਗਲਾ ਬਚਨ ਹੈ, ਜੇ ਕੋ ਕਹਿ ਪਿੱਛੇ ਪਛਤਾਏ। ਜਿਸ ਜਿਸ ਜੀਵ ਨੇ ਇਸ ਭਾਵ ਸਾਗਰ ਦੇ ਅੰਦਰ ਆ ਕੇ ਹੁਕਮ ਨੂੰ ਬੁੱਝ ਲਿਆ, ਗੁਰਬਾਣੀ ਤੋਂ ਸੋਝੀ ਪ੍ਰਾਪਤ ਕੀਤੀ ਹੈ, ਉਸ ਦੀ ਜਿਹੜੀ ਗਤੀ ਹੈ, ਥਿਰਤਾ ਹੈ, ਉਹਨੂੰ ਕਦੇ ਵੀ ਸ਼ਬਦਾਂ ਦੇ ਵਿੱਚ ਜਾਂ ਬੋਲ ਕੇ ਬਿਆਨ ਨਹੀਂ ਕੀਤਾ ਜਾਂਦਾ। ਸੋ ਜਿੰਨਾ ਕੁ ਬੋਲਿਆ ਵੀ ਜਾਂਦਾ ਹੈ ਜਾਂ ਸ਼ਬਦਾਂ 'ਚ ਵਿਖਿਆਨ ਕੀਤਾ ਜਾਂਦਾ ਹੈ, ਉਸ ਦੇ ਅੰਦਰ ਉਹ ਗੱਲ ਬੋਲ ਕੇ ਵਾ ਲਿਖ ਕੇ ਵੀ ਫਿਰ ਵੀ ਬੁਝਾਰਤ ਬਣੀ ਰਹਿੰਦੀ ਹੈ, ਫਿਰ ਵੀ ਉਹ ਬੁੱਝਣ ਦਾ ਹੀ ਵਿਸ਼ਾ ਰਹਿ ਜਾਂਦੀ ਹੈ। ਸੋ ਪਹਿਲੇ ਸਮਿਆਂ ਦੇ ਵਿੱਚ ਬਥੇਰੇ ਜੋਗੀ ਰਿਸ਼ੀ ਮੁਨੀ ਹੋਏ, ਉਹਨਾਂ ਨੇ ਵੀ ਬਹੁਤ ਕੁਛ ਲਿਖਿਆ, ਪਰ ਜਦੋਂ ਭਗਤ ਪੂਰਨ ਬੁੱਧ ਵਾਲਾ ਇਸ ਭਵ ਸਾਗਰ ਦੇ ਅੰਦਰ ਪ੍ਰਗਟ ਹੋਇਆ, ਉਸਨੇ ਜਦੋਂ ਪਰਮੇਸ਼ਰ ਵੱਲੋਂ ਬੁਲਾਇਆ, ਬੋਲਿਆ, ਪਰਮੇਸ਼ਰ ਨੇ ਜੋ ਲਿਖਾਇਆ ਉਹ ਲਿਖਿਆ, ਤਾਂ ਉਸ ਨੂੰ ਲਿਖੇ ਨੂੰ ਵਿਚਾਰ ਕੇ ਜਾਂ ਉਹਨਾਂ ਦੇ ਮੁਖਾਰਬਿੰਦ ਤੋਂ ਸੁਣ ਕੇ ਜੋ ਕੁਛ ਵੀ ਪਿੱਛੇ ਰਿਸ਼ੀ ਮੁਨੀਆਂ ਨੇ ਕਿਹਾ ਸੀ, ਤਾਂ ਉਹਦੇ ਬਾਰੇ ਪਛਤਾਵਾ ਹੋਇਆ ਕਿ ਇਹਨਾਂ ਨੇ ਤਾਂ ਇਸ ਤਰ੍ਹਾਂ ਵਿਖਿਆਨ ਕੀਤਾ ਹੋਇਆ, ਗੁਰਬਾਣੀ ਕੁਝ ਹੋਰ ਵਿਖਿਆਨ ਕਰਦੀ ਹੈ। ਅੱਜ ਵੀ ਧਰਮ ਦੇ ਅੰਦਰ ਐਸਾ ਬਹੁਤ ਕੁਛ ਹੋ ਰਿਹਾ ਹੈ ਕਿ ਕਈ ਜੋ ਨਾਮ ਤਰੀਕ ਧਾਰਮਿਕ ਆਗੂ ਹਨ, ਉਹ ਬੜਾ ਕੁਛ ਇਸ ਤਰ੍ਹਾਂ ਦਾ ਕਹਿੰਦੇ ਆ ਵੀ ਇਸ ਤਰ੍ਹਾਂ ਹੋਵੇਗਾ, ਇਸ ਤਰ੍ਹਾਂ ਹੁੰਦਾ ਹੈ, ਪਰ ਉਹ ਸਰੀਰ ਕਰਕੇ ਵੀ ਇਸ ਸੰਸਾਰ 'ਚੋਂ ਚਲੇ ਜਾਂਦੇ ਹੈ। ਉਹਨਾਂ ਦੀਆਂ ਲਿਖਤਾਂ, ਉਹਨਾਂ ਦੇ ਬੋਲੇ ਹੋਏ ਬੋਲ ਇਸ ਸੰਸਾਰ ਦੇ ਅੰਦਰ ਰਹਿ ਜਾਂਦੇ ਹੈ, ਪਰ ਉਹਨਾਂ 'ਚੋਂ ਹੁੰਦਾ ਕੁਛ ਵੀ ਨਹੀਂ ਹੈ। ਸੋ ਉਹਨਾਂ ਨੂੰ ਤਾਂ ਅੱਗੇ ਜਾ ਕੇ ਪਛਤਾਵਾ ਹੁੰਦਾ ਹੀ ਹੈ, ਜਦੋਂ ਉਹਨਾਂ ਦੀ ਆਤਮਾ ਸੱਚਖੰਡ ਦੇ ਦਰਬਾਰ 'ਚ ਪੇਸ਼ ਹੁੰਦੀ ਹੈ। ਉਹਨਾਂ ਤੋਂ ਬਾਅਦ ਜਿਹੜੇ ਉਹਨਾਂ ਦੇ ਅਨੁਯਾਈ ਹੁੰਦੇ ਆ, ਉਹਨਾਂ ਦੇ ਸਮਰਥਕ ਹੁੰਦੇ ਆ, ਉਪਾਸ਼ਕ ਹੁੰਦੇ ਆ, ਉਹਨਾਂ ਨੂੰ ਵੀ ਪਛਤਾਵਾ ਹੁੰਦਾ ਹੈ। ਉਹ ਵੀ ਬੜੇ ਪਛਤਾਉਂਦੇ ਰਹਿੰਦੇ ਆ ਵੀ ਇਸ ਤਰ੍ਹਾਂ ਕਹਿੰਦੇ ਸੀ, ਇਸ ਤਰ੍ਹਾਂ ਹੋਇਆ ਤਾਂ ਨਹੀਂ। ਸੋ ਪਾਤਸ਼ਾਹ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ, ਕਿ ਜਿਨ੍ਹਾਂ ਨੇ ਵੀ ਹੁਕਮ ਨੂੰ ਜਾਣਿਆ, ਬੁੱਝਿਆ, ਉਹਨਾਂ ਦੀ ਜਿਹੜੀ ਗਤੀ ਹੈ, ਉਹਨੂੰ ਕਿਹਾ ਨਹੀਂ ਜਾ ਸਕਦਾ ਕਿ ਉਹਨਾਂ ਦੇ ਅੰਦਰ ਹੁਕਮ ਕਿਸ ਤਰ੍ਹਾਂ ਵਰਤ ਰਿਹਾ, ਉਹਨਾਂ ਨੇ ਹੁਕਮ ਨੂੰ ਕਿਸ ਤਰ੍ਹਾਂ ਬੁੱਝਿਆ। ਜੋ ਕੁਛ ਵੀ ਉਹਨਾਂ ਨੇ ਕਿਹਾ ਬੁੱਝ ਕੇ ਵੀ, ਚਾਹੇ ਉਹ ਗੁਰਬਾਣੀ ਲਿਖੀ, ਤਾਂ ਗੁਰਬਾਣੀ ਦੇ ਅੰਦਰ ਵੀ ਉਹ ਬੁਝਾਰਤ ਹੀ ਰਹਿ ਗਿਆ। ਜਿਵੇਂ ਪਾਤਸ਼ਾਹ ਕਹਿੰਦੇ ਆ, ਹੁਕਮ ਬੂਝ, ਹੁਣ ਹੁਕਮ ਬੁਝਾਰਤ ਹੈ। ਜੇ ਕੋਈ ਬੁੱਝ ਲਵੇ ਪਰਮ ਪਦ ਪਾਏ, ਤਾਂ ਉਹਦੀ ਨਿਸ਼ਾਨੀ ਹੈ ਕਿ ਉਹਨੂੰ ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ, ਭਾਵ ਕਿ ਹੁਕਮ ਹੀ ਪਰਮ ਪਦ ਹੈ। ਪਰ ਜਿਨ੍ਹਾਂ ਨੇ ਹੁਕਮ ਬੁੱਝਿਆ ਨਹੀਂ, ਸਿਰਫ ਵਿਖਾਵਾ ਕੀਤਾ, ਸ਼ਬਦੀ ਜਾਲ ਬੁਣੇ, ਤੇ ਉਹ ਅੱਜ ਸੰਸਾਰ ਵਿੱਚ ਦੇਖੇ ਜਾਂਦੇ। ਕੋਈ ਜੇਲ੍ਹਾਂ ਵਿੱਚ ਹੈ, ਕਈਆਂ ਨੂੰ ਸੰਸਾਰ ਦੇ ਅੰਦਰੋਂ ਬੜੀ ਬਦਨਾਮੀ ਝੱਲਣੀ ਪੈ ਰਹੀ ਹੈ ਜਾਂ ਝੱਲੀ ਹੈ। ਕਈਆਂ ਦੇ ਪਿੱਛੇ
ਕਾਫੀ ਜ਼ਿਆਦਾ ਝਗੜੇ ਨੇ ਜਿਹੜੇ ਕਿ ਸਨੇਰੇ ਹੀ ਮਾਇਆ ਨਾਲ ਸੰਬੰਧਿਤ ਨੇ। ਸੋ ਇੱਥੋਂ ਵੀ ਪਤਾ ਲੱਗ ਜਾਂਦਾ ਹੈ। ਪਰ ਜਿਹੜੇ ਗੁਰਮੁਖ ਹੁੰਦੇ ਨੇ ਉਹ ਜੋ ਕੁਝ ਵੀ ਕਹਿ ਕੇ ਜਾਂਦੇ ਆ ਉਹਨਾਂ ਨੂੰ ਕਿਸੇ ਗੱਲ ਦਾ ਪਛਤਾਵਾ ਨਹੀਂ ਹੁੰਦਾ, ਕਿਉਂਕਿ ਗੁਰਮੁਖ ਹਉ ਬੁਲਾਇਆ ਬੋਲੇ ਖਸਮ ਦਾ, ਉਹ ਖਸਮ ਦੇ ਬੁਲਾਇਆ ਬੋਲਦੇ ਆ। ਜੋ ਪਰਮੇਸ਼ਰ ਵੱਲੋਂ ਫਰਮਾਨ ਉਹਨਾਂ ਦੇ ਹਿਰਦੇ ਚ ਆਉਂਦਾ ਹੈ ਉਸੇ ਨੂੰ ਹੀ ਵਿਖਿਆਨ ਕਰਦੇ ਆ। ਪਰਮੇਸ਼ਰ ਦਾ ਬੋਲਿਆ ਹੋਇਆ ਕਦੇ ਵੀ ਰੱਦ ਨਹੀਂ ਹੋ ਸਕਦਾ, ਉੱਤੇ ਕੋਈ ਪਛਤਾਵਾ ਨਹੀਂ ਹੁੰਦਾ। ਇਸੇ ਕਰਕੇ ਗੁਰਬਾਣੀ ਦੇ ਅੰਦਰ ਜਿੰਨੇ ਵੀ ਪਾਤਸ਼ਾਹੀਆਂ ਨੇ ਜਾਂ ਭਗਤ ਸਾਹਿਬਾਨ ਨੇ ਗੁਰਬਾਣੀ ਲਿਖੀ ਹੈ ਉਹਨਾਂ ਨੇ ਕਿਤੇ ਵੀ ਆਪਣਾ ਪਛਤਾਵਾ ਜ਼ਾਹਰ ਨਹੀਂ ਕੀਤਾ। ਜਿਵੇਂ ਪਾਤਸ਼ਾਹ ਅੰਗ 272 ਉੱਪਰ ਵੀ ਬਚਨ ਕਰਦੇ ਆ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਨਹਿ ਤੇਤਾ ਬਖਿਆਨੈ। ਜਿਹੜਾ ਸਾਧ ਹੈ, ਜਿਹੜਾ ਸਾਡਾ ਮੂਲ ਹੈ, ਉਹਦੀ ਜਿਹੜੀ ਮਹਿਮਾ ਹੈ, ਉਹਦੀ ਜਿਹੜੀ ਬਾਣੀ ਹੈ, ਉਹ ਵੇਦ ਨਾ ਜਾਣੈ। ਵੇਦ ਹੁੰਦਾ ਗਿਆਨ। ਜਿਹੜਾ ਸਾਧ ਹਿਰਦੇ ਚੋਂ ਬੋਲਦਾ ਹੈ, ਉਹਦੇ ਮੁੱਖੋਂ ਜਿਹੜੇ ਬੋਲ ਨਿਕਲਦੇ ਆ ਉਹ ਵੇਦ ਰੂਪ ਚ ਹੈ, ਗਿਆਨ ਰੂਪ ਚ ਹੈ। ਜਿਵੇਂ ਗੁਰਬਾਣੀ ਸਾਨੂੰ ਗਿਆਨ ਰੂਪ ਚ ਨਾ ਜਾਣੈ। ਗੁਰਬਾਣੀ ਲਿਖ ਕੇ ਵੀ ਉਸ ਸਾਧ ਬਾਰੇ, ਜੋ ਸਾਧ ਦੇ ਹਿਰਦੇ ਚ ਹੁਕਮ ਚੱਲਦਾ, ਉਹਦੇ ਬਾਰੇ ਫਿਰ ਵੀ ਪੂਰਾ ਨਹੀਂ ਲਿਖਿਆ ਜਾ ਸਕਦਾ। ਇਸੇ ਕਰਕੇ ਧਰਮ ਦੇ ਜਿੰਨੇ ਵੀ ਗ੍ਰੰਥ ਨੇ ਕੋਈ ਸੰਪੂਰਨ ਨਹੀਂ ਹੈ। ਵੇਦ ਦੇ ਵਿੱਚ ਵੀ ਤੇ ਜਾਂ ਗੁਰਬਾਣੀ ਦੇ ਵਿੱਚ ਵੀ ਸੰਪੂਰਨਤਾ ਨਹੀਂ ਹੈ, ਕਿਉਂਕਿ ਰਾਮ ਕਥਾ ਜੁਗ ਜੁਗ ਅਟਲ ਹੈ, ਇਹ ਤਾਂ ਚੱਲਦੀ ਰਹਿੰਦੀ ਹੈ। ਹੁਕਮ ਤਾਂ ਹੁਣ ਵੀ ਚੱਲ ਰਿਹਾ ਹੈ, ਪਾਤਸ਼ਾਹੀਆਂ ਵੇਲੇ ਵੀ ਚੱਲਦਾ ਸੀ, ਭਗਤ ਸਾਹਿਬਾਨਾਂ ਵੇਲੇ ਵੀ ਚੱਲਦਾ ਸੀ। ਇਸੇ ਕਰਕੇ ਇੱਕ ਬੜੀ ਵੱਡੀ ਵਿਲੱਖਣਤਾ ਹੈ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਿ 9ਵੇਂ ਮਹੱਲੇ ਦੇ ਜਿਹੜੇ ਸ਼ਲੋਕ ਨੇ ਉਹਨਾਂ ਦਾ ਜਿਹੜਾ ਲਾਸਟ ਸ਼ਲੋਕ ਆ ਉਹਦੇ ਵਿੱਚ ਨਾਨਕ ਪਦ ਨਹੀਂ ਆਉਂਦਾ। ਇਹ ਬੜੀ ਵੱਡੀ ਬੁਝਾਰਤ ਹੈ ਵੀ ਉੱਥੇ ਨਾਨਕ ਪਦ ਕਿਉਂ ਨਹੀਂ ਆਇਆ। ਵੇਦ ਵਿੱਚ ਵੀ ਨੇਤ ਨੇਤ ਬਖਿਆਨਾ ਲਿਖਿਆ। 10ਵੇਂ ਪਾਤਸ਼ਾਹ ਨੇ ਵੀ ਅਕਾਲ ਉਸਤਤ ਜਿਹੜੀ ਗੁਰਬਾਣੀ ਲਿਖੀ ਹੈ ਉਹਦੇ ਜਿਹੜਾ ਲਾਸਟ ਸ਼ਲੋਕ ਹੈ ਉਹ ਉਵੇਂ ਛੱਡ ਦਿੱਤਾ, ਉਹ ਪੂਰਾ ਨਹੀਂ ਕੀਤਾ ਕਿ ਜਿਹੜੀ ਪ੍ਰਾਤਮ ਹੈ ਇਹਦੀ ਮਹਿਮਾ ਨਹੀਂ ਵਰਣਨ ਕਰੀ ਜਾ ਸਕਦੀ। ਕੱਥ ਕੇ ਵੀ ਇਹ ਅਕਥ ਹੀ ਰਹਿੰਦਾ, ਦੱਸ ਕੇ ਵੀ ਬੁਝਾਰਤ ਬਣਿਆ ਰਹਿੰਦਾ। ਇਸੇ ਕਰਕੇ ਸਾਧ ਕੀ ਮਹਿਮਾ, ਜਿਹੜਾ ਸਾਧ ਹੈ ਸਾਡਾ ਮੂਲ ਹੈ, ਉਹ ਜੋ ਮੁੱਖੋਂ ਬੋਲਦਾ ਸਭੇ ਘਟ ਰਾਮ ਬੋਲੇ, ਉਹ ਵੇਦ ਨਾ ਜਾਣਾ। ਉਹਦੇ ਬਾਰੇ ਜਿੰਨਾ ਮਰਜ਼ੀ ਅਸੀਂ ਕਿਸੇ ਨੂੰ ਵਿਖਿਆਨ ਕਰੀ ਚੱਲੀਏ, ਜਿੰਨਾ ਮਰਜ਼ੀ ਕਿਸੇ ਨੂੰ ਜਣਾਈ ਚੱਲੀਏ, ਉਹ ਫਿਰ ਵੀ ਬੁਝਾਰਤ ਰਹਿੰਦਾ। ਸੋ ਜੇਤਾ ਸੁਣੈ ਤੇਤਾ ਵਿਖਿਆਨ। ਪਾਤਸ਼ਾਹ ਕਹਿੰਦੇ ਵੀ ਜਿੰਨਾ ਕੁ ਸਾਨੂੰ ਉਹ ਸੁਣਿਆ ਅਸੀਂ ਉਨਾ ਹੀ ਵਿਖਿਆਨ ਕੀਤਾ, ਕਿਉਂਕਿ ਪਾਤਸ਼ਾਹ ਉਸ ਵੇਲੇ ਸਰੀਰ 'ਚ ਸੀ। ਸਰੀਰ ਕਰਕੇ ਭਗਤ ਸਾਹਿਬਾਨ ਸਨ, ਉਹਨਾਂ ਨੂੰ ਉਹਨਾਂ ਦੇ ਸਰੀਰ ਵਿੱਚ ਰਹਿੰਦੇ ਜਾਂਦੇ ਜੋ ਜੋਤ ਨੂੰ ਹੁਕਮ ਸੁਣਿਆ ਉਹਨਾਂ ਨੇ ਉਹੀ ਵਿਖਿਆਨ ਕੀਤਾ। ਉਹ ਸਾਡੇ ਕੋਲ ਗੁਰਬਾਣੀ ਰੂਪ ਦੇ ਵਿੱਚ ਵੀ ਹੈ। ਸੋ ਅੱਜ ਵੀ ਬਥੇਰੇ ਗੁਰਮੁਖ ਨੇ ਜਿਨ੍ਹਾਂ ਦੇ ਅੰਦਰ ਇਹ ਕਰਾਮਾਤ ਵਰਤਦੀ ਹੈ, ਜਿਨ੍ਹਾਂ ਨੂੰ ਹੁਕਮ ਸੁਣ ਰਿਹਾ ਤੇ ਉਹ ਵੀ ਵਿਖਿਆਨ ਕਰਦੇ ਆ, ਪਰ ਉਹਨਾਂ ਦੀ ਵਿਖਿਆਨਤਾ ਸੇਮ ਟੂ ਸੇਮ ਗੁਰਬਾਣੀ ਵਰਗੀ ਹੈ। ਗੁਰਬਾਣੀ ਤੋਂ ਬਾਹਰ ਵਿਖਿਆਨਤਾ ਨਹੀਂ ਹੈ। ਜਿਵੇਂ ਭਗਤਾਂ ਦੇ ਅੰਦਰ ਜਿਹੜੀ ਵਿਖਿਆਨਤਾ ਸੀ ਉਹ ਸੇਮ ਟੂ ਸੇਮ ਵੇਦਾਂ ਵਰਗੀ ਸੀ। ਜੋ ਵੇਦ 'ਚ ਲਿਖਿਆ ਉਹੀ ਕਬੀਰ ਸਾਹਿਬ ਜੀ ਨੇ ਲਿਖਿਆ। ਸੋ ਧਰੂ ਜੀ, ਪ੍ਰਹਲਾਦ ਜੀ ਜਾਂ ਹੋਰ ਬੇਅੰਤ ਜਿੰਨੇ ਵੀ ਪਹਿਲਾਂ ਹੋ ਚੁੱਕੇ ਆ, ਜਿਨ੍ਹਾਂ ਦਾ ਰਿਕਾਰਡ ਹੈ, ਵਿਆਸ ਜੀ ਵਰਗੇ, ਉਹਨਾਂ ਨੇ ਵੇਦ ਦਾ ਹੀ ਵਿਖਿਆਨ ਕੀਤਾ, ਕਿਉਂਕਿ ਜੋ ਵੇਦਾਂ 'ਚ ਲਿਖਿਆ ਦੀ ਗੱਲ ਤਾਂ ਇੱਕੋ ਹੀ ਹੈ, ਬ੍ਰਹਮ ਦੀ। ਬ੍ਰਹਮ ਇੱਕ ਹੈ, ਗੱਲ ਇੱਕ ਹੈ। ਹਾਂ, ਭਾਸ਼ਾ ਬਦਲ ਜਾਂਦੀ ਹੈ, ਪਰ ਭਾਸ਼ਾ ਦਾ ਜਿਹੜਾ ਮੂਲ ਅਸ ਧਾਤੂ ਆ ਉਹ ਇੱਕੋ ਹੀ ਰਹਿੰਦਾ ਹੈ। ਉਹਦੇ ਨਾਂ ਚੇਂਜ ਹੋ ਜਾਂਦੇ ਆ। ਨਾਂ ਚੇਂਜ ਹੋਣ ਨਾਲ ਵਸਤੂ ਚੇਂਜ ਨਹੀਂ ਹੁੰਦੀ, ਵਸਤੂ ਉਹੀ ਰਹਿੰਦੀ ਹੈ। ਸੋ ਇਸੇ ਤਰ੍ਹਾਂ ਪਾਤਸ਼ਾਹ ਨੇ ਲਿਖਿਆ ਕਿ ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ, ਜੇ ਕੋ ਕਹੇ ਪਿੱਛੇ ਪਛਤਾਏ।
ਭਗਤ ਕਦੇ ਵੀ ਐਸੀ ਕੋਈ ਗੱਲ ਆਪਣੇ ਵੱਲੋਂ ਕਹਿੰਦਾ ਹੀ ਨਹੀਂ। ਉਹਨੂੰ ਪਤਾ ਵੀ ਜੇ ਮੈਂ ਕੁਛ ਇੱਥੇ ਮਾਇਆ 'ਚ ਕਹਿ ਦਿੱਤਾ, ਆਪਣੇ ਵੱਲੋਂ ਕਹਿ ਦਿੱਤਾ, ਉਸ ਤਰ੍ਹਾਂ ਪਰਮੇਸ਼ਰ ਨੇ ਨਾ ਕਰਿਆ, ਜਾਂ ਪਰਮੇਸ਼ਰ ਦੇ ਹੁਕਮ ਤੋਂ ਬਾਹਰ ਕੁਛ ਕਹਿਤਾ, ਤੇ ਫਿਰ ਪਛਤਾਵਾ ਹੈ। ਮੱਤ ਸ਼ਰਮਿੰਦਾ ਥੀਮ ਦੀ ਸਾਈਂ ਦੇ ਦਰਬਾਰ, ਫਿਰ ਉੱਥੇ ਪਛਤਾਵਾ ਬਹੁਤ ਹੁੰਦਾ ਵੀ ਤੂੰ ਆਹ ਗੱਲ ਕਿਉਂ ਕਹਿ ਕੇ ਆਇਆ। ਇਹ ਗੱਲ ਹੋ ਤਾਂ ਸਕਦੀ ਨਹੀਂ। ਤੂੰ ਇੱਕ ਸੰਸਾਰ ਨੂੰ ਦੇਖ ਕੇ, ਸੰਸਾਰ ਦੀਆਂ ਪ੍ਰਕਿਰਿਆਵਾਂ ਨੂੰ ਦੇਖ ਕੇ, ਜਾਂ ਆਪਣੇ ਜਿਹੜੇ ਤੇਰੇ ਆਲਾ ਦੁਆਲਾ ਚੌਗਿਰਦਾ ਸੀ, ਜਿਹੜੇ ਤੇਰੇ ਵਿਅਕਤੀ ਤੇਰੇ ਨਾਲ ਰਹਿੰਦੇ ਸੀ, ਉਹਨਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਇਹ ਗੱਲ ਕਹਿ ਗਿਆ। ਫਿਰ ਇਹ ਗੱਲ ਪੂਰੀ ਤਾਂ ਹੋਈ ਨਹੀਂ। ਹੁਣ ਇਹਦਾ ਜਵਾਬ ਕੌਣ ਦਊਗਾ? ਕਿਉਂਕਿ ਉੱਥੇ ਸੱਚੋ ਹੀ ਸੱਚ ਨਿਬੜਾ। ਕਿਉਂਕਿ ਪਾਤਸ਼ਾਹੀਆਂ ਤੋਂ ਪਹਿਲਾਂ ਵਾ ਭਗਤ ਸਾਹਿਬਾਨਾਂ ਤੋਂ ਪਹਿਲਾਂ, ਜਾਂ ਉਹਨਾਂ ਦੇ ਸਮੇਂ 'ਚ ਬਹੁਤ ਲੋਕ ਐਸੇ ਸੀ ਧਰਮ ਦੇ ਖੇਤਰ ਵਿੱਚ ਜਿਹੜੇ ਬੜੇ ਵੱਡੀਆਂ ਵੱਡੀਆਂ ਭਵਿੱਖਬਾਣੀਆਂ ਕਰਦੇ ਸੀ, ਤੇ ਪਾਤਸ਼ਾਹ ਨੇ ਉਹਨਾਂ ਨੂੰ ਗੱਲਾਂ ਤੇ ਰੋਕਿਆ ਵੀ ਤੁਸੀਂ ਭਵਿੱਖਬਾਣੀ ਕਿਹੜੇ ਹਿਸਾਬ ਨਾਲ ਕਰਦੇ ਹੋ? ਕਿ ਪਰਮੇਸ਼ਰ ਤਾਂ ਕਿਸੇ ਨੂੰ ਦੱਸਦੇ ਹੀ ਨਹੀਂ ਵੀ ਕੀ ਹੋਣਾ। ਹੁਕਮ ਦਾ ਕਿਸੇ ਨੂੰ ਕੀ ਪਤਾ ਕੱਲ ਨੂੰ ਕੀ ਹੁਕਮ ਵਰਤ ਜਾਣਾ। ਹਮ ਆਦਮੀ ਹਾਂ ਇੱਕਦਮ ਹੀ। ਇਹ ਤਾਂ ਜਿੰਨਾ ਚਿਰ ਸਵਾਸ ਆਉਂਦਾ ਉਹਨਾਂ ਚਿਰ, ਜਦੋਂ ਸਵਾਸ ਰੁਕ ਗਿਆ ਫਿਰ ਕੀ ਕਰਾਂਗੇ। ਮਤ ਸਹੁ ਜਾਪੈ ਕਿ ਆਵੇ ਨਾ ਆਵੇ, ਕੋਈ ਪਤਾ ਨਹੀਂ ਹੈ ਸਾਹ ਹੁਣ ਆ ਰਿਹਾ ਮੁੜ ਕੇ ਨਾ ਆਇਆ। ਗੁਰਮੁਖ ਹਰ ਇੱਕ ਗੱਲ ਨੂੰ ਬੜੀ ਬਰੀਕੀ ਦੀ ਤਹਿ ਤੱਕ ਜਾ ਕੇ ਵਿਚਾਰਦਾ। ਜਿੰਨਾ ਚਿਰ ਉਹਦੇ ਅੰਦਰ ਸ਼ਬਦ ਗੁਰੂ ਪ੍ਰਗਟ ਨਹੀਂ ਹੁੰਦਾ, ਉਨਾ ਚਿਰ ਉਹਦੇ ਅੰਦਰ ਬਹੁਤ ਬਰੀਕੀ ਹੁੰਦੀ ਹੈ ਹਰ ਇੱਕ ਪੱਖ ਦੀ। ਕਿਉਂਕਿ ਉਹ ਗੁਰਬਾਣੀ ਦੇ ਆਧਾਰ ਤੇ ਜੀਵਨ ਬਤੀਤ ਕਰਦਾ। ਕਿਉਂਕਿ ਗੁਰਬਾਣੀ 'ਚ ਬਹੁਤ ਜ਼ਿਆਦਾ ਹੀ ਰੋਕਾਂ ਨੇ ਕਿ ਇਸ ਤਰ੍ਹਾਂ ਨਹੀਂ ਕਹਿਣਾ, ਆਹ ਨਹੀਂ ਬੋਲਣਾ, ਉਹੀ ਬੋਲਣਾ ਜੋ ਪ੍ਰਵਾਨਿਤ ਹੈ। ਅਪ ਪ੍ਰਵਾਨਿਤ ਗੱਲ ਕਹਿਣੀ ਨਹੀਂ। ਤੇਰੇ ਮੂੰਹੋਂ ਇੱਕ ਗੱਲ ਅਪ ਪ੍ਰਵਾਨਿਤ ਨਿਕਲ ਗਈ ਤਾਂ ਪਤਾ ਨਹੀਂ ਕਿੰਨਿਆਂ ਕਦੇ ਜੀਵਨ ਨੂੰ ਰੋਕ ਲਾ ਦੇਣੀ। ਕਿਉਂਕਿ ਸੁਣਨ ਵਾਲਿਆਂ ਤੋਂ ਮੰਨ ਲੈਣੀ ਹੈ। ਅਸੰਖ ਗਲਵੜ ਹੱਤਿਆ ਕਮਾਹੇ, ਅਸੰਖਾਂ ਹੀ ਜੀਵ ਨੇ, ਪਾਤਸ਼ਾਹ ਕਹਿੰਦੇ ਤੁਸੀਂ ਉਹਨਾਂ ਦੇ ਗਲ ਵੜ ਦਿੱਤੇ। ਭਾਵ ਕਿ ਉਹਨਾਂ ਨੂੰ ਸੱਚ ਦੱਸਿਆ ਹੀ ਨਹੀਂ। ਉਸ ਭਾਵੇਂ ਸੱਚ ਪੁੱਛਣ ਦੀ ਇੱਛਾ ਰੱਖਦੇ ਸੀ, ਪਰ ਤੁਸੀਂ ਉਹਨਾਂ ਨੂੰ ਸੱਚ ਹੀ ਸੰਸਾਰੀ ਦੱਸਦਾ। ਉਹਨਾਂ ਨੇ ਸੰਸਾਰੀ ਦੱਸ, ਉਹ ਮੰਨ ਲਿਆ ਸੱਚ, ਤੇਰਾ ਜੀਵਨ ਰੁਕ ਗਿਆ। ਅੱਜ ਵੀ ਇਸੇ ਤਰ੍ਹਾਂ ਹੀ ਚੱਲ ਰਿਹਾ ਹੈ। ਸੋ ਭਗਤ ਹਰ ਇੱਕ ਪੱਖ ਨੂੰ ਵਿਚਾਰਦਾ ਹੈ। ਜਦੋਂ ਉਹਦੇ ਅੰਦਰ ਸ਼ਬਦ ਗੁਰੂ ਪ੍ਰਗਟ ਹੋ ਜਾਂਦਾ, ਫਿਰ ਵਿਚਾਰਨ ਦਾ ਸਮਾਂ ਨਹੀਂ ਹੈ। ਫਿਰ ਜੋ ਪਰਮੇਸ਼ਰ ਵੱਲੋਂ ਆਉਂਦਾ ਫਿਰ ਉਹ ਬੋਲਦੇ ਆ। ਸੋ ਜੋ ਆਤਮਾ ਇਸ ਭਵ ਸਾਗਰ ਵਿੱਚ ਆ ਕੇ ਇੱਕ ਹੋ ਜਾਂਦੀ ਹੈ, ਭਾਵ ਕਿ ਬ੍ਰਹਮ ਤੋਂ ਪੂਰਨ ਬ੍ਰਹਮ ਬਣ ਜਾਂਦੀ ਹੈ, ਜਿਵੇਂ ਪਾਤਸ਼ਾਹ ਕਬੀਰ ਸਾਹਿਬ ਜੀ ਸਨ, ਗੁਰੂ ਨਾਨਕ ਸਾਹਿਬ ਜੀ ਸਨ। ਸੋ ਇਹ ਉਹੀ ਫਰਮਾਉਂਦੇ ਹਨ ਜਾਂ ਉਹੀ ਕੁਛ ਲਿਖਦੇ ਹਨ ਜੋ ਹੁਕਮ ਹੁੰਦਾ। ਜੇ ਹੁਕਮ ਹੁੰਦਾ ਵੀ ਆਹ ਲਿਖੋ ਤਾਂ ਉਹ ਲਿਖਦੇ ਆ, ਜੇ ਹੁਕਮ ਹੁੰਦਾ ਲਿਖਣਾ ਨਹੀਂ, ਬੋਲਣਾ ਹੀ ਹੈ, ਵਿਖਿਆਨ ਕਰਨਾ ਤਾਂ ਵਿਖਿਆਨ ਕਰਦੇ ਆ। ਜਿਵੇਂ 6ਵੇਂ ਪਾਤਸ਼ਾਹ, 7ਵੇਂ ਪਾਤਸ਼ਾਹ, 8ਵੇਂ ਪਾਤਸ਼ਾਹ ਨੇ ਨਹੀਂ ਲਿਖਿਆ, ਉਹਨਾਂ ਨੇ ਬੋਲੇ। ਉਹਨਾਂ ਨੂੰ ਹੁਕਮ ਸੀ ਪਿੱਛੋਂ ਵੀ ਬੋਲਣਾ ਹੀ ਹੈ, ਲਿਖਿਆ ਪਹਿਲਾਂ ਹੀ ਬਹੁਤ ਪਿਆ। ਸੋ 9ਵੇਂ ਪਾਤਸ਼ਾਹ ਨੂੰ ਆ ਕੇ ਪਰਮੇਸ਼ਰ ਨੇ ਕਿਹਾ ਵੀ ਤੁਸੀਂ ਲਿਖੋ ਵੀ ਤੇ ਬੋਲੋ ਵੀ। 10ਵੇਂ ਪਾਤਸ਼ਾਹ ਨੇ ਵੀ ਇਸੇ ਤਰ੍ਹਾਂ ਕਿਹਾ। ਕਿਉਂਕਿ ਗੁਰਬਾਣੀ ਦੇ ਵਿੱਚ ਉਹਨਾਂ ਨੇ ਆਪ ਆਪਣੀ ਲਿਖਤੇ ਲਿਖੀ ਹੈ ਕਿ ਸਾਨੂੰ ਕੋਈ ਕਹਿ ਰਿਹਾ, ਸ੍ਰੀ ਗੁਰੂ ਰਾਜ ਅਬ ਚੱਲ ਅਟਲ ਆਦ ਪੁਰਖ ਫਰਮਾਇਓ। ਕਹਿੰਦੇ ਸਾਤੋਂ ਆਦ ਪੁਰਖ ਹੈ ਜਿਹੜਾ, ਉਹਨੇ ਫਰਮਾਇਆ ਵੀ ਤੁਸੀਂ ਆਹ ਚੀਜ਼ ਕਹੋ। ਕਿਸੇ ਵੀ ਧਰਮ ਦੇ ਹੋਰ ਗ੍ਰੰਥ 'ਚ ਨਹੀਂ ਲਿਖਿਆ ਹੁੰਦਾ ਕਿ ਸਾਤੋਂ ਬੁਲਵਾਇਆ, ਸਿਰਫ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਭਗਤ ਹਮੇਸ਼ਾ ਹੀ ਕਹਿੰਦਾ ਵੀ ਮੈਂ ਤਾਂ ਬੁਲਾਇਆ ਬੋਲਣਾ, ਮੈਂ ਆਪਣੀ ਮਰਜ਼ੀ ਨਾਲ ਨਹੀਂ ਬੋਲਦਾ। ਸੋ ਇਹ ਮਰਜ਼ੀ ਨਹੀਂ ਕਰਦੇ, ਨਾ ਹੀ ਇਹਨਾਂ ਦੀ ਮਰਜ਼ੀ ਚੱਲਦੀ ਹੈ। ਭਾਵੇਂ ਸੱਚਖੰਡ ਦੀ ਸਭਾ ਦੇ ਵਿੱਚ ਬੈਠੇ ਨੇ, ਪਰ ਫਿਰ ਵੀ ਆਪਣੀ ਮਰਜ਼ੀ ਨਹੀਂ ਕਰ ਸਕਦੇ। ਕਿਉਂਕਿ ਇਹਨਾਂ ਨੂੰ ਪਤਾ ਹੈ
ਵੀ ਜੇ ਕੋਈ ਗੱਲ ਆਪਣੇ ਵੱਲੋਂ ਲਿਖਤੀ ਜਾਂ ਕਹਿਤੀ ਤਾਂ ਦਰਗਾਹ ਦੇ ਵਿੱਚ ਪਛਤਾਵਾ ਹੋਊਗਾ। ਉਹੀ ਗੱਲ ਬੋਲਦੇ ਹੈ ਜੋ ਸੱਚਖੰਡ ਵੱਲੋਂ ਫਰਮਾਨ ਆ ਰਿਹਾ, ਆਪਣੇ ਵੱਲੋਂ ਨਹੀਂ ਹੈ। ਸੋ ਮੰਨੇ ਕੀ ਗਤ ਕਹੀ ਨਾ ਜਾਏ, ਜਿਹੜੇ ਜਿਹੜੇ ਗੁਰਮੁਖਾਂ ਨੇ ਉਸ ਹੁਕਮ ਨੂੰ ਮੰਨਿਆ ਜਾਂ ਮੰਨਦੇ ਨੇ, ਉਹਨਾਂ ਦਾ ਜਿਹੜਾ ਮਨ ਹੈ ਉਹ ਥਿਰ ਹੋ ਜਾਂਦਾ ਹੈ। ਥਿਰ ਹੋਏ ਤੋਂ ਬਾਅਦ ਜੋ ਬਖਿਆਨ ਕਰਦੇ ਉਹਨਾਂ ਦੇ ਮੁਕਾਬਲੇ 'ਚ ਕੋਈ ਸੰਸਾਰ 'ਚ ਗੱਲ ਨਹੀਂ ਹੁੰਦੀ, ਤੇ ਸੰਸਾਰ ਦੇ ਲੋਕ ਫਿਰ ਤਕਲੀਫ ਦੇ ਵਿੱਚ ਆ ਜਾਂਦੇ ਆ। ਤੇ ਜਦੋਂ ਤਕਲੀਫ 'ਚ ਆਉਂਦੇ ਆ ਫਿਰ ਉਹਨਾਂ ਦਾ ਨੁਕਸਾਨ ਹੁੰਦਾ ਪਰਮਾਰਥ ਦੇ ਪਾਸਿਓਂ। ਸੋ ਜੇ ਕੋ ਕਹੇ ਪਿੱਛੇ ਪਛਤਾਏ, ਜਿਹੜਾ ਕੋਈ ਵੀ ਉਹਨਾਂ ਭਗਤਾਂ ਦੀ ਗੱਲ ਨੂੰ ਵੀ ਰੱਦ ਕਰਦਾ, ਜੇ ਅੱਜ ਹੇ ਮੇਰੇ ਮਨਾ ਤੂੰ ਗੁਰਬਾਣੀ ਨੂੰ ਵੀ ਰੱਦ ਕਰੇਗਾ ਜਾਂ ਉਹਨਾਂ ਪਾਤਸ਼ਾਹੀਆਂ ਜਾਂ ਭਗਤ ਸਾਹਿਬਾਨਾਂ ਨੂੰ ਰੱਦ ਕਰੇਗਾ ਤਾਂ ਪਛਤਾਵਾ ਹੋਊਗਾ ਵੀ ਦੱਸ ਇਹਦੇ ਵਿੱਚ ਕੀ ਕਮੀ ਹੈ, ਤੂੰ ਕਿਹੜੇ ਹਿਸਾਬ ਨਾਲ ਕਹਿ ਰਿਹਾ ਵੀ ਇਸ ਤਰ੍ਹਾਂ ਹੈ। ਤੈਨੂੰ ਵੀ ਪਛਤਾਵਾ ਇਸ ਗੱਲ ਦਾ ਵੀ ਚੱਲਣਾ ਪੈ ਜਾਣਾ। ਇਸ ਗੱਲ ਦਾ ਪਛਤਾਵਾ ਵੀ ਤੈਨੂੰ ਦਰਗਾਹ ਦੇ ਵਿੱਚ ਚੱਲਣਾ ਪਊਗਾ ਕਿ ਗੁਰਬਾਣੀ ਤੇਰੇ ਕੋਲ ਸੀ, ਤੂੰ ਮੰਨੀ ਕਿਉਂ ਨਹੀਂ? ਤੂੰ ਤੈਨੂੰ ਰੋਜ਼ ਪੜ੍ਹਦਾ ਸੀ, ਤੂੰ ਕਿਉਂ ਨਹੀਂ ਮੰਨਿਆ? ਉੱਥੇ ਜਾ ਕੇ ਜੋਤ ਹੈ ਜਿਹੜੀ ਉਹ ਪਛਤਾਉਂਦੀ ਹੈ, ਵੀ ਕਿਉਂਕਿ ਉੱਥੇ ਸਾਰਾ ਕੁਝ ਸਾਹਮਣੇ ਹੁੰਦਾ ਹੈ। ਜਿਵੇਂ ਇੱਥੇ ਸਾਨੂੰ ਸੰਸਾਰ ਸਾਰਾ ਕੁਝ ਸਾਹਮਣੇ ਦਿੰਦਾ ਹੈ, ਜਦੋਂ ਜੋਤ ਸੰਸਾਰ 'ਚੋਂ ਸਰੀਰ ਛੱਡ ਕੇ ਜਾਂਦੀ ਹੈ ਤਾਂ ਜੋਤ ਨੂੰ ਸਾਰਾ ਸੱਚਖੰਡ ਦਿਸਣ ਲੱਗ ਜਾਂਦਾ ਹੈ। ਉਹਨੂੰ ਵੀ ਸਾਰੀ ਸੋਝੀ ਆ ਜਾਂਦੀ ਹੈ। ਕਿਹੜੀਆਂ ਕਿਹੜੀਆਂ ਜੋਤਾਂ ਦੁਬਾਰਾ ਬੈਕ ਆ ਕੇ 84 ਵੱਲ ਨੂੰ ਆ ਰਹੀਆਂ ਨੇ, ਉਹ ਵੀ ਦਿੰਦੀਆਂ ਹੁੰਦੀਆਂ ਨੇ। ਕਿਹੜੀਆਂ ਕਿਹੜੀਆਂ ਜੋਤਾਂ 84 'ਚ ਸਫ਼ਰ ਪੂਰਾ ਕਰਕੇ ਅੱਗੇ ਨੂੰ ਜਾ ਰਹੇ, ਉਹ ਵੀ ਦਿਸਦੀਆਂ ਹੁੰਦੀਆਂ ਨੇ, ਵਿੱਚ ਆਪ ਵੀ ਹੁੰਦਾ। ਹਰ ਇੱਕ ਚੀਜ਼ ਦੀ ਸੋਝੀ ਹੁੰਦੀ ਹੈ। ਉੱਥੇ ਖੜ ਕੇ ਉਹ ਜੋਤ ਫਿਰ ਪਛਤਾਉਂਦੀ ਹੈ ਵੀ ਜੋ ਜੇ ਕੋ ਕਹੇ, ਜਿਹੜਾ ਕੁਛ ਪਿੱਛੇ ਮੈਂ ਕਹਿ ਕੇ ਆਇਆ ਉਹ ਤਾਂ ਅੱਗੇ ਪ੍ਰਵਾਨ ਤੇ ਨਹੀਂ ਹੈਗਾ। ਉਹਦਾ ਪਛਤਾਵਾ ਹੁੰਦਾ। ਜਿਵੇਂ ਇੱਕ ਬੱਚੇ ਨੇ ਪੇਪਰ ਦੇਤਾ, ਪੇਪਰ ਦੇ ਵਿੱਚ ਲਿਖ ਕੇ ਟੀਚਰ ਨੂੰ ਪੇਪਰ ਫੜਾਇਆ ਆ, ਤੇ ਕਿਸੇ ਨੇ ਆ ਕੇ ਦੱਸਿਆ ਵੀ ਤੂੰ ਆਹ ਸਵਾਲ ਦਾ ਜਵਾਬ ਕਿਵੇਂ ਲਿਖਿਆ? ਉਹ ਕਹਿੰਦਾ ਮੈਂ ਤਾਂ ਇਸ ਤਰ੍ਹਾਂ ਲਿਖਿਆ। ਕਹਿੰਦੀ ਤੂੰ ਗਲਤ ਲਿਖਿਆ ਆ, ਇਹਦਾ ਜਵਾਬ ਤਾਂ ਆ ਹੈ। ਉਹ ਹੁਣ ਉਹਦੇ ਪੱਲੇ ਦੇ ਵਿੱਚ ਸਿਰਫ ਪਛਤਾਵਾ ਰਹਿ ਜਾਂਦਾ ਹੈ, ਕਿਉਂਕਿ ਉੱਥੇ ਜਾ ਕੇ ਪੇਪਰ ਲੈ ਕੇ ਤਾਂ ਉਹ ਤੋਂ ਹੱਲ ਨਹੀਂ ਕਰ ਸਕਦਾ। ਪਰ ਜੇ ਉਹ ਸਰੀਰ 'ਚ ਰਹਿੰਦਾ ਹੋਵੇ, ਭਾਵ ਕਿ ਪੇਪਰ ਦਿੰਦਾ ਹੋਵੇ, ਸ਼ੀਟ ਉਹਦੇ ਹੱਥ 'ਚ ਹੋਵੇ, ਫਿਰ ਕੋਈ ਦੱਸ ਦੇਵੇ ਆ ਕੇ ਜੀ ਤੂੰ ਆਹ ਪੇਪਰ ਜਿਹੜਾ ਸਵਾਲ ਲਿਖਿਆ ਗਲਤ ਲਿਖ ਲਿਆ, ਇਹਦਾ ਆਨਸਰ ਆ ਹੈ, ਤਾਂ ਉਹਨੂੰ ਉਹ ਕੱਟ ਕੇ ਦੁਬਾਰਾ ਲਿਖ ਸਕਦਾ। ਉਹਦੇ ਕੋਲ ਸਮਾਂ ਹੈ। ਇਸੇ ਕਰਕੇ ਹੇ ਮੇਰੇ ਮਨਾ ਗੁਰਬਾਣੀ ਕਹਿੰਦੀ ਅਜੂ ਕਿਛ ਵਿਗੜਿਓ ਨਾ, ਹਜੇ ਵੀ ਕੁਛ ਨਹੀਂ ਵਿਗੜਿਆ। ਹਜੇ ਵੀ ਗੁਰਬਾਣੀ ਤੇ ਭਰੋਸਾ ਕਰਕੇ ਗੁਰਬਾਣੀ ਦੀ ਗੱਲ ਮੰਨਣ ਲੱਗ ਜਾ। ਤੇ ਜੇ ਗੱਲੇ ਨਾ ਮੰਨੀ ਫਿਰ ਉੱਥੇ ਸੱਚੋ ਹੀ ਸੱਚ ਨੇ ਬੜਾ ਚੁਣ ਵੱਖ ਕੱਢੇ ਜੇ ਜਮਾਲ ਲਿਆ। ਫਿਰ ਤਾਂ ਪਛਤਾਵਾ ਹੈ, ਹੋਰ ਕੁਛ ਨਹੀਂ ਹੈ। ਤਾਂ ਗੁਰਬਾਣੀ ਇੱਥੋਂ ਪ੍ਰਪੇਅਰ ਕਰਦੀ ਹੈ ਕਿ ਤੈਨੂੰ ਉੱਥੇ ਪਛਤਾਵਾ ਨਾ ਚੱਲਣਾ ਪਵੇ। ਸੋ ਜੇ ਕੋ ਕਹੇ, ਜੇ ਕੋਈ ਆਪਣੀ ਮਰਜ਼ੀ ਨਾਲ ਗੱਲ ਵੀ ਕਹਿੰਦਾ, ਇੱਥੇ ਆਪਦੇ ਵੱਲੋਂ ਬਣਾ ਕੇ ਹੁਕਮ ਜਾਰੀ ਕਰਦਾ, ਤਾਂ ਸੱਚੇ ਦੇ ਦਰਬਾਰ 'ਚ ਹੇ ਮੇਰੇ ਮਨਾ ਪਛਤਾਵਾ ਹੀ ਹੈ, ਹੋਰ ਕੁਛ ਨਹੀਂ ਹੈ। ਉੱਥੇ ਦਾ ਜਿਹੜਾ ਪਛਤਾਉਣਾ ਹੈ ਉਹੀ ਸਭ ਤੋਂ ਵੱਡੀ ਸਜ਼ਾ ਹੈ। ਪਛਤਾਵਾ ਹੀ 84 'ਚ ਲੈ ਕੇ ਆਉਂਦਾ ਹੈ ਕਿ ਜਾਓ ਜੀ ਦੁਬਾਰਾ ਸਰੀਰ ਧਾਰੋ। ਫਿਰ ਜੋਤ ਪਛਤਾਉਂਦੀ ਹੈ, 84 ਲੱਖ ਜੀਵਨ ਜੋਤ ਸਰੀਰ ਧਾਰਦੀ ਹੈ ਤੇ ਪਛਤਾਉਂਦੀ ਉਹ ਆਉਂਦੀ ਹੈ, ਤੇ ਮਨੁੱਖਾ ਤਨ ਵਿੱਚ ਆ ਕੇ ਫਿਰ ਵਾਰੀ ਮਿਲਦੀ ਹੈ ਕਿ ਉਹ ਪਛਤਾਵਾ ਦੂਰ ਹੋ ਜਾਵੇ। ਹੁਣ ਦੂਰ ਤਾਂ ਹੋ ਜੇ ਨਾਮ ਦੀ ਸੋਝੀ ਆ, ਉਹ ਹੁਕਮ ਨੂੰ ਪ੍ਰਵਾਨ ਤੋਂ ਨਹੀਂ, ਫਿਰ ਪਛਤਾਵਾ ਹੈ। ਤਾਂ ਗੁਰਬਾਣੀ 'ਚ ਪਾਤਸ਼ਾਹੀਆਂ ਨੇ ਜਾਂ ਭਗਤ ਸਾਹਿਬਾਨਾਂ ਨੇ ਕਿਹਾ ਸੀ ਕਿ ਅਬ ਕੀ ਵਾਰ ਬਖਸ਼ ਬੰਦੇ ਕੋ, ਬੋਹਰ ਨਾ ਭਵ ਜਲ ਫੇਰਾ, ਮੈਂ ਨਹੀਂ ਦੁਬਾਰਾ ਆਉਣਾ ਚਾਹੁੰਦਾ। ਇਹ ਤਾਂ ਬੜੀ ਮੁਸ਼ਕਲ ਹੈ। ਸੋ ਅੱਜ ਧਰਮ ਦੇ ਅੰਦਰ ਬੜੇ ਬੜੇ ਸੁਣੇ ਆ, ਮੈਂ ਵੀ ਸੁਣੇ ਆ, ਪੜ੍ਹਿਆ ਵੀ ਹੈ ਕਿ ਇਸ ਤਰ੍ਹਾਂ ਹੋਊਗਾ ਜੀ, ਇਸ ਤਰ੍ਹਾਂ ਹੋਊਗਾ। ਹੁੰਦਾ ਨਹੀਂ ਹੈ ਉਸ ਤਰ੍ਹਾਂ। ਹੁੰਦਾ ਉਹੀ ਹੈ ਜੋ ਪਰਮੇਸ਼ਰ ਨੂੰ ਪਾਉਂਦਾ ਹੈ।
ਔਰ ਪਰਮੇਸ਼ਰ ਦਾ ਵਾ ਸੱਚਖੰਡ ਦੇ ਹੁਕਮ ਦਾ ਕਿਸੇ ਨੂੰ ਭੇਦ ਨਹੀਂ ਹੈ। ਹਾਂ, ਉਹ ਭਗਤ ਨੂੰ ਵੀ ਉਦੋਂ ਪਤਾ ਲੱਗਦਾ ਜਦੋਂ ਭਗਤ ਦੇ ਹਿਰਦੇ 'ਚ ਹੁਕਮ ਪ੍ਰਗਟ ਹੋ ਜਾਂਦਾ ਹੈ। ਪਹਿਲਾਂ ਭਗਤ ਨੂੰ ਵੀ ਨਹੀਂ ਪਤਾ ਹੁੰਦਾ ਵੀ ਕੀ ਹੁਕਮ ਹੋਣਾ, ਪਰ ਜਦੋਂ ਫੁਰਨਾ ਫੁਰਦਾ ਉਦੋਂ ਹੀ ਪਤਾ ਲੱਗਦਾ ਵੀ ਆਹ ਹੈ। ਸੋਈ ਨਾਮ ਅਛਲ, ਉਹ ਅਛਲ ਹੈ, ਉਹਦੇ ਨਾਲ ਕੋਈ ਛਲ ਵੀ ਨਹੀਂ ਕਰ ਸਕਦਾ। ਗੁਰ ਅਮਰਦਾਸ ਕੋ ਫੁਰਿਓ, ਉਹ ਅਮਰਦਾਸ ਜੀ ਕਹਿੰਦੇ ਉਹ ਹਿਰਦੇ 'ਚ ਫੁਰਿਆ ਹੈ। ਜਿਵੇਂ ਹੁਣ ਸਾਡੇ ਵੀ ਫੁਰਨਾ ਫੁਰਦਾ, ਸਾਡੇ ਫੁਰਨਾ ਫੁਰਦਾ ਸੰਸਾਰ ਨੂੰ ਦੇਖ ਕੇ, ਮਾਇਆ ਨੂੰ ਦੇਖ ਕੇ। ਭਗਤਾਂ ਦੇ ਅੰਦਰ ਫੁਰਨਾ ਫੁਰਦਾ ਨਿਰਾਕਾਰ ਨੂੰ ਦੇਖ ਕੇ, ਕਿਉਂਕਿ ਨਿਰਾਕਾਰ ਤਾਂ ਆਪ ਹੀ ਨੇ। ਉਹਨਾਂ ਦੇ ਅੰਦਰੋਂ ਸ਼ੁੱਧ ਫੁਰਨਾ ਪ੍ਰਗਟ ਹੋ ਜਾਂਦਾ, ਸਾਡੇ ਉਹ ਸ਼ੁੱਧ ਹੁੰਦਾ। ਫੁਰਨਾ ਸਾਡੇ ਅੰਦਰ ਵੀ ਹੈ। ਅਸੀਂ ਆਕਾਰ ਨਾਲ ਜੁੜ ਕੇ ਰਹਿੰਦੇ ਹਾਂ, ਭਗਤ ਨਿਰਾਕਾਰ ਨਾਲ ਜੁੜ ਕੇ ਰਹਿੰਦਾ ਹੈ। ਇਸੇ ਕਰਕੇ ਦੋਨਾਂ ਦੀ ਗੱਲ ਨਹੀਂ ਸਮਝ ਆ ਰਹੀ। ਇਸੇ ਕਰਕੇ ਭਗਤ ਨੂੰ ਸਾਰੀ ਸੋਝੀ ਹੈ ਕਿ ਮੈਂ ਕੋਈ ਐਸਾ ਬੋਲ ਨਹੀਂ ਬੋਲਣਾ। ਜਿਵੇਂ ਕਾਮ ਗੱਲ ਹੈ ਵੀ ਉੱਚਾ ਬੋਲ ਨਾ ਬੋਲੀ ਹੈ, ਕਰਤਾਰੋਂ ਡਰੀਏ। ਵੀ ਕੋਈ ਐਸਾ ਬੋਲ ਨਹੀਂ ਬੋਲਿਆ ਜਾਣਾ ਚਾਹੀਦਾ ਕਿ ਕਰਤਾਰ ਆ ਜਿਹੜਾ ਹਿਰਦੇ 'ਚ ਬੈਠਾ ਉਹਦੇ ਅੱਗੇ ਸ਼ਰਮਿੰਦਗੀ ਹੋਵੇ ਵੀ ਤੂੰ ਆਹ ਕਿਉਂ ਕਹਿ ਕੇ ਹੈ। ਬੜੀਆਂ ਡੂੰਘੀਆਂ ਗੱਲਾਂ ਪਾਤਸ਼ਾਹੀਆਂ ਨੇ ਲਿਖੀਆਂ ਇੱਕ ਇੱਕ ਵਚਨ ਦੇ ਅੰਦਰ। ਵੀ ਕਿਉਂ ਇਹ ਗੱਲ ਉਹਨਾਂ ਨੇ ਲਿਖਤੀ ਵੀ ਜੇ ਕੋ ਕਹੇ ਪਿੱਛੇ ਬੈਸਦਾ ਹੈ, ਕਿਉਂਕਿ ਲਿਖਿਆ ਤਾਂ ਉਹਨਾਂ ਨੇ ਵੀ ਬਹੁਤ ਕੁਛ ਹੋਇਆ, ਕਿਹਾ ਤਾਂ ਉਹਨਾਂ ਨੇ ਵੀ ਬਹੁਤ ਕੁਛ ਹੈ। ਪਰ ਜੋ ਕੁਛ ਗੁਰਬਾਣੀ 'ਚ ਕਿਹਾ ਗਿਆ, ਉਹਨਾਂ ਦੇ ਮੁੱਖੋਂ ਬੋਲਿਆ ਗਿਆ, ਉਹ ਸਹੀ ਹੈ। ਉਹ ਸਾਡੇ ਹਰ ਇੱਕ ਜੀਵ ਨਾਲ ਘਟਨਾ ਘਟਦੀ ਹੈ, ਕਿਉਂਕਿ ਸਾਰੀ ਗੱਲ ਹੀ ਜੋਤ ਦੀ ਹੈ, ਜਾਤ ਦੀ ਨਹੀਂ ਹੈ। ਜਾਤ 'ਚ ਬਦਲਾਅ ਹੈ, ਬਾਰ ਮਾਇਆ 'ਚ ਬਦਲਾਅ ਹੈ। ਬਦਲਾਅ ਜੋਤ 'ਚ ਵੀ ਆਉਂਦਾ, ਪਰ ਜੋਤ 'ਚ ਨਿਖਾਰ ਆਉਂਦਾ। ਉਹਦਾ ਨਿਖਾਰ ਹੀ ਬਦਲਾਅ ਹੈ, ਉਹਨੂੰ ਆਪਣੇ ਆਪ ਦੀ ਸੋਝੀ ਆ ਜਾਣੀ ਹੈ। ਸੋ ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਪਾਤਸ਼ਾਹ ਦੋ ਅਗਲੇ ਬਚਨ 'ਚ ਕਹਿੰਦੇ ਜੇ ਕੋਈ ਆਪਣੀ ਮੱਤ ਅਨੁਸਾਰ ਲਿਖ ਵੀ ਦਿੰਦਾ, ਬਥੇਰਿਆਂ ਨੇ ਸਿਮਰ ਸ਼ਾਸਤਰ ਲਿਖੇ ਗਏ, ਪੁਰਾਣ ਲਿਖੇ ਗਏ, ਉਪਨਿਸ਼ਦ ਲਿਖੇ ਗਏ, ਸਾਰਿਆਂ ਨੇ ਆਪੋ ਆਪਣੀ ਮੱਤ ਨਾਲ ਹੀ ਲਿਖੇ। ਜਿਵੇਂ ਅੱਜ ਗੁਰਬਾਣੀ ਦੇ ਪੈਰਲਲ ਟੀਕੇ ਲਿਖੇ ਗਏ, ਇਤਿਹਾਸ ਲਿਖਿਆ ਜਾਂਦਾ ਹੈ, ਸਾਖੀਆਂ ਲਿਖੀਆਂ ਜਾਂਦੀਆਂ ਨੇ, ਕਥਾ ਕਹਾਣੀਆਂ ਬਣਾ ਬਣਾ ਕੇ ਲਿਖੀਆਂ ਜਾਂਦੀਆਂ ਨੇ, ਬੜੀਆਂ ਰੌਚਕ ਬਣਾ ਕੇ ਲਿਖੀਆਂ ਜਾਂਦੀਆਂ ਨੇ ਕਿ ਹਰ ਇੱਕ ਦੇ ਮਨ ਨੂੰ ਪ੍ਰੇਰਿਤ ਕਰਨ। ਇਮੋਸ਼ਨਲੀ ਸਾਖੀਆਂ ਸੁਣਾਈਆਂ ਜਾਂਦੀਆਂ ਨੇ ਕਿ ਅਗਲੇ ਦਾ ਮਨ ਇਮੋਸ਼ਨਲ ਹੋ ਜਾਵੇ। ਉਹ ਆਪੋ ਆਪਣੀ ਮੱਤ ਦੇ ਆਧਾਰ ਤੇ ਹੁੰਦੀਆਂ ਨੇ, ਗੁਰਬਾਣੀ ਦੇ ਆਧਾਰ ਤੇ ਨਹੀਂ ਹੁੰਦੀਆਂ। ਗੁਰਬਾਣੀ 'ਚ ਵੀ, ਗੁਰਬਾਣੀ ਆਪ ਹੀ ਖੁਦ ਸਾਖੀ ਵੀ ਹੈ। ਸੁਣ ਸਾਖੀ ਮਨ ਜਪ, ਅਜਾਮਲ ਉਦਰਿਆ ਕਹੇ ਇੱਕ ਵਾਰ, ਇਹ ਹੈ ਸਾਖੀ। ਸਾਖੀ ਹੁੰਦੀ ਹੈ ਪ੍ਰਤੱਖ, ਉਹਨੂੰ ਸਾਖੀ ਕਹਿੰਦੇ। ਗਵਾਹੀ, ਚਸ਼ਮਦੀਦ ਗਵਾਹ ਕਿ ਮੇਰੇ ਸਾਹਮਣੇ। ਹੁਣ ਜੋ ਕੁਛ ਸਾਡੇ ਸਾਹਮਣੇ ਹੈ ਉਹ ਤਾਂ ਮਾਇਆ ਹੈ, ਭਗਤਾਂ ਦੇ ਸਾਹਮਣੇ ਹੈ ਹੁਕਮ। ਭਗਤਾਂ ਦੇ ਐਂਗਲ ਤੋਂ, ਭਗਤਾਂ ਦੇ ਦ੍ਰਿਸ਼ਟੀਕੋਣ ਤੋਂ ਸਾਖੀ ਹੈ ਹੁਕਮ। ਸਾਡੇ ਸਾਖੀ ਹੈ ਜੋ ਉਹਨਾਂ ਦੇ ਸਰੀਰ ਨਾਲ ਘਟਨਾ ਘਟੀ ਹੈ। ਇਹ ਫਰਕ ਹੈ। ਤਾਂ ਹੀ ਪਾਸ਼ਾ ਸੁਣ ਸਾਖੀ, ਸੁਣਨ ਵਾਸਤੇ ਆਇਓ ਸੁਣਨ, ਪੜ੍ਹਨ ਕੋ ਬਾਣੀ। ਕਿ ਉਹ ਸਾਖੀ ਸੁਣਨ ਵਾਸਤੇ ਹੈ, ਉਹ ਹੁਕਮ ਨੂੰ ਸੁਣਨ ਵਾਸਤੇ ਹੈ। ਤੂੰ ਮਨ ਜਪ ਪਿਆਰ, ਮਨ ਦੇ ਅੰਦਰ ਉਹਨੂੰ ਸਮਝ, ਪਿਆਰ ਪੈਦਾ ਕਰ। ਅਜੈ ਮਲ ਉਧਰੇ, ਅਜੈ ਮਲ ਕੀ ਹੈ? ਮਨ ਹੈ ਜਿਹੜਾ ਜਿੱਤੇ ਨਹੀਂ ਹੁੰਦਾ ਕਿਸੇ ਤੋਂ। ਕਹੇ ਇੱਕ ਵਾਰ, ਬਸ ਇੱਕ ਵਾਰੀ ਇਹਨੂੰ ਸੋਝੀ ਆ ਜਾਵੇ ਵੀ ਆਹ ਇਹ ਹੁਕਮ, ਇਹਦਾ ਉਧਾਰ ਹੋ ਜਾਂਦਾ ਮਨ ਦਾ। ਮਨ ਨੂੰ ਇੱਕ ਵਾਰੀ ਹੁਕਮ ਸਾਹਮਣੇ ਦਿਸ ਜਾਵੇ, ਮਨ ਮੁੜ ਕੇ ਮਾਇਆ ਵੱਲ ਨਹੀਂ ਝਾਕਦਾ। ਪਰ ਜਿੰਨਾ ਚਿਰ ਇਹਨੂੰ ਹੁਕਮ ਨਹੀਂ ਦ੍ਰਿਸ਼ਟੀ 'ਚ ਆਉਂਦਾ ਇਹਦੇ, ਉਨਾ ਚਿਰ ਇਹ ਮਾਇਆ 'ਚੋਂ ਨਿਕਲਦਾ ਵੀ ਨਹੀਂ। ਸੋ ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਸੋ ਜੇ ਕੋਈ ਆਪਣੀ ਮੱਤ ਦੇ ਅਨੁਸਾਰ ਜੇ ਕਿਸੇ ਨੇ ਧਾਰਮਿਕ ਗ੍ਰੰਥ ਲਿਖ ਵੀ ਦਿੱਤੇ
ਤਾਂ ਉਹਨਾਂ ਨੂੰ ਭਗਤਾਂ ਦੇ ਅੱਗੇ ਸ਼ਰਮਿੰਦਗੀ ਵੀ ਚੱਲਣੀ ਪਈ, ਕਿਉਂਕਿ ਭਗਤਾਂ ਨੇ ਆ ਕੇ ਉਹਨਾਂ ਗ੍ਰੰਥਾਂ ਨੂੰ ਜਦੋਂ ਸਵੈ ਪੜਚੋਲ ਕੀਤੀ ਉਹਨਾਂ ਗ੍ਰੰਥਾਂ ਦੀ, ਤਾਂ ਸੋਧੇ ਸਿਮਰਤ ਸ਼ਾਸਤਰ ਸਗਲ, ਪਾਤਸ਼ਾਹ ਕਹਿੰਦੇ ਸੀ ਤਾਂ ਸਾਰੇ ਸੋਧੇ। ਹੁਣ ਜਿਹੜੀ ਚੀਜ਼ ਸੋਧ ਹੁੰਦੀ ਉਹਦੇ ਵਿੱਚ ਫਿਰ ਇਹਦਾ ਮਤਲਬ ਕਮੀ ਕੋਈ ਹੈ ਤਾਂ ਹੀ ਸੋਧੀ ਗਈ। ਉਹ ਸੋਧ ਕੇ ਦੱਸੀ ਵੀ ਆਹ ਗੱਲਾਂ ਦੇ ਅਰਥ ਤੁਸੀਂ ਗਲਤ ਕੀਤੇ ਹੋਏ ਆ, ਅਰਥ ਆਹ ਨੇ। ਜਿਵੇਂ ਗੁਰਬਾਣੀ 'ਚ ਸੋਧ ਕੇ ਸ਼ੁੱਧ ਕਰਕੇ ਚੀਜ਼ਾਂ ਲਿਖਤੀਆਂ, ਪਰ ਗੁਰਬਾਣੀ ਦੇ ਜਿਹੜੇ ਟੀਕੇ ਲਿਖੇ ਗਏ ਉਹਨਾਂ ਦੇ ਵਿੱਚ ਅਸ਼ੁੱਧਤਾ ਹੈ। ਉਹਨਾਂ ਨੇ ਜਿਹੜੇ ਅਰਥ ਗੁਰਬਾਣੀ ਦੇ ਸੀਗੇ ਉਹ ਉੱਥੇ ਅਰਥ ਬਦਲੇ ਗਏ। ਬਦਲੇ ਕਾਹਤੇ? ਸੰਸਾਰ ਵਾਸਤੇ, ਸੰਸਾਰ ਨੂੰ ਖੁਸ਼ ਕਰਨ ਵਾਸਤੇ। ਜਿਸ ਵੇਲੇ ਪਾਤਸ਼ਾਹੀਆਂ ਆਪ ਸੀਗੀਆਂ ਉਦੋਂ ਤਾਂ ਬਦਲ ਨਹੀਂ ਸੀ ਸਕਦੇ, ਕਿਉਂਕਿ ਉਦੋਂ ਆਪ ਸੀਗੇ, ਜਾਂ ਬੇਅੰਤ ਗੁਰਸਿੱਖ ਵੀ ਉਸ ਵੇਲੇ ਸੀ। ਉਹਨਾਂ ਹੀ ਗੁਰਸਿੱਖਾਂ ਦੇ ਨੂੰ ਸਰੀਰਾਂ ਨੂੰ ਖਤਮ ਕਰਨ ਵਾਸਤੇ ਹੀ ਤਾਂ ਧਾਰਮਿਕ ਦੇ ਜਿਹੜੇ ਆਗੂ ਸੀਗੇ, ਸੰਸਾਰੀ ਧਾਰਮਿਕ, ਉਹਨਾਂ ਨੇ ਮੁੱਲ ਪਵਾਏ ਵੀ ਕਿਸੇ ਤਰੀਕੇ ਨਾਲ ਇਹਨਾਂ ਦੇ ਸਰੀਰਾਂ ਨੂੰ ਖਤਮ ਕੀਤਾ ਜਾਵੇ, ਵੀ ਇਹਨਾਂ ਦੇ ਸਰੀਰ ਖਤਮ ਹੋਣਗੇ ਤਾਂ ਸੱਚ ਖਤਮ ਹੋ ਜਾਊਗਾ। ਪਰ ਇਸ ਤਰ੍ਹਾਂ ਨਹੀਂ ਹੁੰਦਾ। ਇਸੇ ਕਰਕੇ ਉਹਨਾਂ ਦੇ ਸਰੀਰਾਂ ਨੂੰ ਸਜ਼ਾਵਾਂ ਵੀ ਸਾਹਮਣੇ ਪਬਲਿਕ 'ਚ ਦਿੱਤੀਆਂ ਜਾਂਦੀਆਂ ਵੀ ਕੋਈ ਡਰਦਾ ਬੋਲੇ ਵੀ ਨਾ, ਕਿ ਚੁੱਪ ਰਹਿਣ। ਪਰ ਜਦੋਂ ਭਗਤ ਫਿਰ ਪ੍ਰਗਟ ਹੋ ਜਾਂਦਾ, ਫਿਰ ਉਹ ਸਭ ਦੀ ਬੋਲਤੀ ਬੰਦ ਕਰਾ ਦਿੰਦਾ। ਸੋ ਅਸੀਂ ਵੀ ਇਹ ਨਹੀਂ ਲਿਖ ਸਕਦੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਵੇਂ ਹੁਕਮ ਦੀ ਪ੍ਰਾਪਤੀ ਕੀਤੀ। ਅਸੀਂ ਇਹ ਵੀ ਨਹੀਂ ਕਹਿ ਸਕਦੇ, ਕਿਉਂਕਿ ਸਾਨੂੰ ਤਾਂ ਸੋਝੀ ਹੋਈ ਨਹੀਂ ਹੈ। ਹੁਕਮ ਤਾਂ ਜਿਹਦੇ ਅੰਦਰ ਹਿਰਦੇ 'ਚੋਂ ਪ੍ਰਗਟ ਹੁੰਦਾ ਉਹਨੂੰ ਪਤਾ ਲੱਗਦਾ। ਉਹ ਜਦੋਂ ਮੁੱਖੋਂ ਬੋਲਦਾ, ਕਹਿਬੇ ਮਾਹੇ ਵਿਵੇਕ, ਉਹਦੇ ਬੋਲਣ 'ਚੋਂ ਗਿਆਨ ਤੋਂ ਪਤਾ ਲੱਗਦਾ ਵੀ ਇਹਦੇ ਕੋਲ ਕੋਈ ਗੱਲ ਹੈ। ਪਰ ਉਹ ਵੀ ਕਿਸੇ ਬਿਰਲੇ ਨੂੰ ਪਤਾ ਲੱਗਦਾ, ਹਰ ਇੱਕ ਨੂੰ ਉਹ ਵੀ ਨਹੀਂ ਪਤਾ ਲੱਗਦਾ। ਬੋਲਦੇ ਤਾਂ ਸੀ ਗੁਰੂ ਨਾਨਕ ਸਾਹਿਬ ਵੀ, ਪਰ ਪਤਾ ਦੂਜੇ ਪਾਤਸ਼ਾਹ ਨੂੰ ਲੱਗਿਆ, ਜਾਂ ਬਾਬਾ ਬੁੱਢਾ ਜੀ ਨੂੰ ਲੱਗਿਆ, ਜਾਂ ਕੁਝ ਹੋਰ ਬੇਅੰਤ ਸਿੱਖਾਂ ਨੂੰ ਪਤਾ ਲੱਗਿਆ। ਉਸ ਵੇਲੇ ਹਰ ਇੱਕ ਨੂੰ ਉਹ ਵੀ ਨਹੀਂ ਪਤਾ ਲੱਗਿਆ। ਬੋਲਦੇ ਜ਼ਰੂਰ ਸੀ। ਜਦੋਂ ਉਹਨਾਂ ਦੇ ਬੋਲੇ ਤੋਂ ਨਹੀਂ ਸਮਝ ਆਉਂਦਾ, ਉਹਨਾਂ ਨੇ ਜੋ ਬੋਲਿਆ ਉਹ ਲਿਖਿਆ, ਲਿਖੇ 'ਚੋਂ ਸਮਝਣਾ ਕਿਹੜਾ ਸੌਖਾ ਹੈ। ਜਦੋਂ ਉਹ ਲਿਖਦੇ ਆ ਕਿ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮ ਹੈ ਜੇ ਬੁੱਝੈ ਤਾਂ, ਹਉਮੈ ਕਹੇ ਨਾ ਕੋਏ। ਆਹ ਪੰਗਤੀ ਉਹਨਾਂ ਨੇ ਲਿਖਤੀ ਗੁਰਬਾਣੀ, ਜਿਹੜੀ ਪਹਿਲੀ ਗੁਰਬਾਣੀ ਆ ਸਾਡੀ, ਉਹਦੇ ਵਿੱਚ ਹੀ ਲਿਖਿਆ ਹੋਇਆ। ਤੇ ਉਹਨਾਂ ਦੇ ਬੋਲਣ ਨੂੰ ਕਿਵੇਂ ਬੁੱਝ ਲੈਂਦਾ ਕੋਈ ਛੇਤੀ? ਅੱਜ ਵੀ ਬਹੁਤ ਔਖੀ ਹੈ ਗੁਰਬਾਣੀ ਬੁੱਝਣੀ, ਕਿਉਂਕਿ ਗੁਰਬਾਣੀ ਕਿਸੇ ਵੱਲ ਇਸ਼ਾਰਾ ਕਰਦੀ ਹੈ। ਜਿਹਦੇ ਵੱਲ ਇਸ਼ਾਰਾ ਕਰਦੀ ਹੈ ਉਹ ਤਾਂ ਸਵੈਮ ਜੀਵ ਆਪ ਹੈ, ਤੇ ਜੀਵ ਨੂੰ ਫਿਰ ਆਪਣੇ ਆਪ ਨੂੰ ਹੀ ਬੁੱਝਣਾ ਪੈਣਾ। ਇਹ ਆਪਣੇ ਆਪ ਨੂੰ ਬੁੱਝਣ ਦੇ ਲਈ ਸਮਰੱਥ ਨਹੀਂ ਹੈ। ਭੈ 'ਚ ਰਹਿੰਦਾ, ਡਰਦਾ ਕਿ ਜੇ ਮੈਂ ਆਪਣੇ ਆਪ ਨੂੰ ਜਾਣ ਲਿਆ ਪਤਾ ਨਹੀਂ ਕੀ ਹੋ ਜਾਊਗਾ। ਸੋ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਵੀ ਹੁਕਮ ਦੀ ਕਿਵੇਂ ਪ੍ਰਾਪਤੀ ਕੀਤੀ, ਜਾਂ ਹੋਰ ਭਗਤ ਸਾਹਿਬਾਨਾਂ ਬਾਰੇ ਵੀ ਅਸੀਂ ਕੁਝ ਨਹੀਂ ਦੱਸ ਸਕਦੇ, ਕਿਉਂਕਿ ਸਾਡੇ ਕੋਲੋਂ ਅਵਸਥਾ ਹੀ ਨਹੀਂ ਹੈ, ਸਾਡੇ ਕੋਲੋਂ ਨਾਮ ਨਹੀਂ ਹੈ। ਤਾਂ ਹੀ ਲਿਖਿਆ ਕਿ ਕਾਗਦ ਕਲਮ ਨਾ ਲਿਖਣਹਾਰ, ਕਿਉਂਕਿ ਚਾਹੇ ਜਿੰਨੀ ਮਰਜ਼ੀ ਕਿਸੇ ਵੀ ਕਾਗਜ਼ ਦੇ ਉੱਪਰ, ਜਿੰਨੀਆਂ ਮਰਜ਼ੀ ਕਲਮਾਂ ਦੇ ਨਾਲ ਜਿਹਨੇ ਕੁਝ ਲਿਖਿਆ, ਲਿਖਣਹਾਰ ਹੈ, ਕੋਈ ਲਿਖ ਰਿਹਾ। ਉਹਨਾਂ ਨੇ ਜੋ ਕੁਝ ਵੀ ਕਾਗਜ਼ ਕਲਮ ਦੇ ਨਾਲ ਲਿਖਤਾ, ਇਸ ਗੁਰਬਾਣੀ ਨੂੰ ਲਿਖਿਆ, ਪਰ ਅਸੀਂ ਕੋਈ ਆਪਣੇ ਵੱਲੋਂ ਕਾਗਜ਼ ਦੇ ਉੱਪਰ, ਕਲਮ ਦੇ ਉੱਪਰ ਉਹਨਾਂ ਬਾਰੇ ਕੁਝ ਲਿਖੀਏ ਤਾਂ ਹੋ ਨਹੀਂ ਸਕਦਾ। ਕਿਉਂਕਿ ਜੇ ਅਸੀਂ ਲਿਖਾਂਗੇ ਵੀ ਉਹਨਾਂ ਦੇ ਸਰੀਰ ਬਾਰੇ ਲਿਖਾਂਗੇ। ਕਾਗਜ਼ ਕਲਮ ਨਾ ਲਿਖਣਹਾਰ, ਕੋਈ ਵੀ ਐਸਾ ਲਿਖਾਰੀ ਨਹੀਂ ਹੈ ਕਿ ਜਿਹੜਾ ਹੁਕਮ ਦੀ ਕੋਈ ਵਿਆਖਿਆ ਲਿਖ ਦੇਵੇ। ਉਹਨਾਂ ਨੇ ਵੀ, ਪਾਤਸ਼ਾਹੀਆਂ ਨੇ ਵਾ ਭਗਤ ਸਾਹਿਬਾਨਾਂ ਨੇ ਵੀ ਹੁਕਮ ਬਾਰੇ ਲਿਖਿਆ। ਹੁਕਮ ਕੀ ਹੈ ਇਹ ਨਹੀਂ ਪਤਾ ਦੱਸਿਆ ਵੀ ਕੀ ਹੈ, ਹੁਕਮ ਬਾਰੇ ਲਿਖਿਆ ਵੀ ਹੁਕਮ ਇਸ ਤਰ੍ਹਾਂ ਦਾ ਹੁੰਦਾ, ਆਹ ਨਿਸ਼ਾਨੀਆਂ ਨੇ। ਜੇ ਹੁਣ ਨਿਸ਼ਾਨੀਆਂ ਘਟਣਗੀਆਂ ਤਾਂ ਹੈ। ਹੁਕਮ ਮੰਨਣ ਵਾਲਿਆਂ ਦਾ ਇਸ ਤਰ੍ਹਾਂ ਦਾ ਜੀਵਨ ਹੁੰਦਾ। ਹੇ ਮੇਰੇ ਮਨਾ, ਇਹ ਤਾਂ ਤੂੰ ਆਪ ਦੇਖਣਾ ਆਪਣੇ ਅੰਦਰ ਵੀ ਤੇਰੇ ਅੰਦਰ ਉਹ ਨਿਸ਼ਾਨੀਆਂ ਹੈਗੀਆਂ। ਜੇ ਤਾਂ ਉਹ ਹੈਗੀਆਂ ਫਿਰ ਤਾਂ ਗੱਲ ਬਣੂਗੀ, ਜੇ ਉਹ ਨਿਸ਼ਾਨੀਆਂ ਨਹੀਂ ਤਾਂ ਫਿਰ ਕੋਸ਼ਿਸ਼ ਕਰ ਕਿ ਉਹ ਨਿਸ਼ਾਨੀਆਂ ਮੇਰੇ ਅੰਦਰ ਵੀ ਘਟਣ।
ਕਿਉਂਕਿ ਕਾਗਦ ਕਲਮ ਨਾ ਲਿਖਣਹਾਰ ਲਿਖਿਆ ਸ਼ਬਦ ਨੇ। ਮੰਨੇ ਕਾਵੈ ਕਰਨ ਵਿਚਾਰ। ਸੋ ਭਗਤ ਸਾਹਿਬਾਨਾਂ ਦਾ ਸਰੀਰਕ ਇਤਿਹਾਸ ਲਿਖਣ ਤੋਂ ਮਨਾ ਕੀਤਾ ਸੀ ਕਿ ਜੋ ਕੁਝ ਵੀ ਉਹਨਾਂ ਨੇ ਸਰੀਰ ਕਰਕੇ ਕੀਤਾ। ਹੁਣ ਸਾਨੂੰ ਤਾਂ ਅੱਜ ਵੀ ਸਾਨੂੰ ਆਪਾਂ ਆਪਣੇ ਸਰੀਰ ਦੀਂਦੇ ਆ, ਉਸ ਵੇਲੇ ਉਹਨਾਂ ਦਾ ਵੀ ਸਰੀਰ ਸੀਗਾ। ਉਹਨਾਂ ਨੇ ਕਿਹਾ ਸੀ ਸਰੀਰ ਜੋ ਹੈ ਇਹ ਮਾਇਆ ਹੈ, ਜਿਹਦਾ ਸਰੀਰ ਹੈ ਜੋਤ ਹੈ। ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ। ਜੋਤ ਨੂੰ ਜਾਣੋ ਤੁਸੀਂ, ਕਿਉਂਕਿ ਪਾਤਸ਼ਾਹੀਆਂ ਨੇ ਗੁਰਬਾਣੀ ਵਿੱਚ ਜੋਤ ਦਾ ਵਿਖਿਆਨ ਕੀਤਾ, ਜਾਤ ਦਾ ਨਹੀਂ ਕੀਤਾ। ਸੋ ਅਸੀਂ ਕੀ ਕਰ ਲਿਆ, ਅਸੀਂ ਉਹਨਾਂ ਨੇ ਸਰੀਰ ਕਰਕੇ ਜੋ ਕੁਝ ਕੀਤਾ ਸੀ ਅਸੀਂ ਉਹਦਾ ਇਤਿਹਾਸ ਬਣਾ ਕੇ ਲਿਖ ਲਿਆ। ਜਦੋਂ ਇਤਿਹਾਸ ਬਣ ਗਿਆ ਤਾਂ ਜਿਹੜੀ ਗੁਰਬਾਣੀ ਹੈ ਇਹਦੇ ਤੇ ਇੱਕ ਬੜੀ ਵੱਡੀ ਰੋਕ ਲੱਗ ਗਈ, ਕਿਉਂਕਿ ਇਤਿਹਾਸ ਨਾਲ ਜਿਹੜਾ ਜੁੜੂਗਾ ਉਹ ਗੁਰਬਾਣੀ ਨਾਲ ਨਹੀਂ ਜੁੜ ਸਕਦਾ। ਕਿਉਂਕਿ ਗੁਰਬਾਣੀ ਜੋਤ ਨਾਲ ਜੁੜਨ ਦੀ ਆਗਿਆ ਦਿੰਦੀ ਹੈ, ਇਤਿਹਾਸ ਸਰੀਰ ਨਾਲ ਜੁੜਨ ਦੀ ਆਗਿਆ ਦਿੰਦਾ ਹੈ। ਇਹ ਬੜਾ ਵੱਡਾ ਡਿਫਰੈਂਸ ਹੈ। ਜਿਹੜਾ ਜੋਤ ਨਾਲ ਜੁੜੂਗਾ ਉਹ ਭਵ ਸਾਗਰ ਚੋਂ ਬਾਹਰ ਨਿਕਲੂਗਾ, ਜਿਹੜਾ ਜਾਤ ਨਾਲ ਜੁੜੂਗਾ ਉਹ ਭਵ ਸਾਗਰ 'ਚ ਹੀ ਰਹੂਗਾ। ਤਾਂ ਹੀ 10ਵੇਂ ਪਾਤਸ਼ਾਹ ਨੇ ਵੀ ਲਿਖਿਆ ਸੀ, ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਟ ਮੈਂ ਪਰੈ। ਕਿਉਂ ਨਰਕ ਕੁੰਡ 'ਚ ਹੀ ਰਹੋਗੇ, ਨਰਕ ਕੁੰਡਾ ਭਵ ਸਾਗਰ ਹੀ ਹੈ, ਇੱਥੇ ਹੀ ਰਹੋਗੇ ਫਿਰ। ਕਿਉਂਕਿ ਤੁਸੀਂ ਸਾਡੇ ਸਰੀਰ ਨੂੰ ਹੀ ਦੇਖਦੇ ਹੋ, ਸਭ ਕੁਝ ਸਰੀਰ ਤਾਂ ਫਿਰ ਇੱਥੇ ਹੀ ਹੁੰਦਾ। ਅੱਗੇ ਤਾਂ ਸਰੀਰ ਨੇ ਜਾਣਾ ਨਹੀਂ, ਅੱਗੇ ਤਾਂ ਇਕੱਲੀ ਜੋਤ ਜਾਂਦੀ ਹੈ। ਫਿਰ ਤੁਹਾਡੀ ਜਿਹੜੀ ਜੋਤ ਹੈ, ਤੁਹਾਡੇ ਅੰਦਰ ਸਾਡਾ ਸਰੀਰ ਵਸਿਆ ਹੋਊਗਾ, ਤੇ ਜਦੋਂ ਸਾਡੇ ਸਰੀਰ ਨੂੰ ਵਸਾਓਗੇ ਆਪਣੀ ਜੋਤ ਦੇ ਅੰਦਰ, ਤਾਂ ਫਿਰ ਜਦੋਂ ਤੁਹਾਡੀ ਜੋਤ ਨੇ ਸਰੀਰ ਛੱਡ ਕੇ ਜਾਣਾ ਤਾਂ ਗਾਂਹ ਜਾ ਕੇ ਉਹ ਸਰੀਰ ਲਪਾੜੂਗੀ। ਕਿਉਂਕਿ ਜੈਸਾ ਸੇਵੇ ਤੈਸਾ ਹੋਇਆ ਹੈ। ਤੁਸੀਂ ਨਿਰਾਕਾਰ, ਤੁਸੀਂ ਵੀ ਨਿਰਾਕਾਰ ਹੋ। ਤੁਸੀਂ ਨਿਰਾਕਾਰ ਹੁੰਦੇ ਇੱਛਾ ਆਕਾਰ ਦੀ ਰੱਖੀ ਹੋਈ ਹੈ। ਉਹ ਗਲਤੀ ਜਿਹੜੀ ਸੱਚਖੰਡ 'ਚ ਪਹਿਲਾਂ ਕਰਕੇ ਆਏ ਸੀ ਨਿਰਾਕਾਰ ਦੇ, ਉਦੋਂ ਵੀ ਤਾਂ ਆਕਾਰ ਦੀ ਇੱਛਾ ਕੀਤੀ। ਉਸ ਆਕਾਰ ਕਰਕੇ ਤਾਂ ਸੱਚਖੰਡ 'ਚੋਂ ਬਾਹਰ ਕੱਢਿਆ, ਤੇ ਸੱਚਖੰਡ 'ਚੋਂ ਬਾਹਰ ਕੱਢ ਕੇ 84 ਲੱਖ ਪੂਰੀ ਭੋਗੀ ਤੇ ਲਾਸਟ ਮਨੁੱਖਾ ਤਨ ਮਿਲਿਆ। ਇੱਥੇ ਆ ਕੇ ਆਕਾਰ ਛੱਡਣਾ, ਇੱਥੇ ਆਕਾਰ ਛੱਡ ਕੇ ਸਵੈਮ ਨਿਰਾਕਾਰ ਬਣ ਕੇ ਨਿਰਾਕਾਰ ਬਣੇ ਤੋਂ ਹੀ ਸੱਚਖੰਡ 'ਚ ਜਾ ਸਕਦੇ ਹੋ। ਸੱਚਖੰਡ ਵਸੈ ਨਿਰੰਕਾਰ, ਉੱਥੇ ਪਤਾ ਨਹੀਂ ਕਿੰਨੇ ਕਿੰਨੇ ਉਹ ਸਾਰੇ ਨਿਰਾਕਾਰ ਨੇ। ਇੱਥੋਂ ਵੀ ਨਿਰਾਕਾਰ ਬਣ ਕੇ ਉੱਥੇ ਤੱਕ ਜਾਇਆ ਜਾ ਸਕਦਾ। ਪਰ ਜੇ ਤਾਂ ਧਿਆਨ ਹੀ ਆਕਾਰ ਦਾ, ਫਿਰ ਸੁਰਤ ਨੇ ਉਹੀ ਚੀਜ਼ ਲੱਭਣੀ ਹੈ ਵੀ ਉਹ ਕਿੱਥੇ ਹੈ। ਉਹ ਹੁਣ ਚੀਜ਼ ਜੇ ਤਾਂ ਹੋਊ ਤਾਂ ਮਿਲੂ, ਫਿਰ ਉਹਨੂੰ ਭਾਵ ਸਾਗਰ 'ਚ ਦੁਬਾਰਾ ਫੇਰ ਆਉਣਾ ਪੈਣਾ। ਤਾਂ ਹੀ ਪਾਤਸ਼ਾਹ ਨੇ ਗੁਰ ਕੀ ਮੂਰਤ ਮਨ ਮੈਂ ਧਿਆਨ, ਕਿ ਜਿਹੜਾ ਗੁਰ ਹੈ ਅੰਤਰਾਤਮਾ ਦਾ ਸੁਗਿਆਨ ਹੈ, ਉਹੀ ਉਹਦਾ ਉਹ ਕੀ ਹੈ, ਉਹ ਮੂਰਤ ਹੈ। ਮੂਰਤ ਆਪਣੇ ਮੂਲ ਦੇ ਵਿੱਚ ਰਤਣਾ, ਆਪਣੇ ਮੂਲ 'ਚ ਸਮਾਉਣਾ, ਆਤਮਾ ਪ੍ਰਾਤਮਾ ਇੱਕੋ ਕਰਨੀ। ਗੁਰ ਕੀ ਮੂਰਤ ਮਨ ਮਹਿ, ਮਨ ਦੇ ਅੰਦਰ ਹੈ। ਮਨ ਦੇ ਅੰਦਰ ਹੀ ਸਾਡਾ ਮੂਲ ਹੈ, ਉਹਦੇ ਵਿੱਚ ਹੀ ਅਸੀਂ ਸਮਾਉਣਾ। ਮਨ ਮਹਿ ਧਿਆਨ, ਆਪਣਾ ਧਿਆਨ ਕਹਿੰਦੇ ਆਪਣੇ ਮੂਲ 'ਚ ਲੈ ਕੇ ਜਾ। ਉਹਦੇ ਲਈ ਕੀ ਕਰਨਾ ਪਊਗਾ, ਕਿਵੇਂ ਜਾਂਦਾ ਮੂਲ 'ਚ ਧਿਆਨ? ਗੁਰ ਕਾ ਸ਼ਬਦ ਮੰਤਰ ਮਨ ਮਾਨ। ਆਹ ਗੁਰ ਕਾ ਸ਼ਬਦ ਹੈ ਸਾਡੇ ਕੋਲ, ਗੁਰਬਾਣੀ ਮੰਤਰ ਹੈ, ਇਹ ਸਿੱਖੀ ਹੈ ਸਾਡੇ ਕੋਲ। ਗੁਰ ਕਾ ਮੰਤਰ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਮਨ ਦੇ ਅੰਦਰ ਜਿਹੜਾ ਤੇਰਾ ਮੂਲ ਆ ਉਹ ਮੰਨ ਕੇ ਚੱਲ ਕੇ ਉਹ ਉੱਥੇ ਬੈਠਾ, ਮੈਂ ਉਹਦੇ ਵਿੱਚ ਸਮਾਉਣਾ। ਹਰ ਇੱਕ ਗੱਲ ਹੈ ਮੇਰੇ ਮਨਾ ਪਾਤਸ਼ਾਹ ਨੇ ਤੈਨੂੰ ਸਮਝਾਈ ਹੈ। ਅਕਾਲ ਮੂਰਤ ਆਇਆ ਸ਼ਬਦ ਉੱਥੇ, ਇੱਥੇ ਆ ਗਿਆ ਗੁਰ ਕੀ ਮੂਰਤ। ਇੱਥੇ ਹੁਣ ਗੁਰ ਕੀ ਮੂਰਤ ਦੇ ਵਿੱਚ ਸਾਨੂੰ ਸਾਡੇ ਮੂਲ ਬਾਰੇ ਸਮਝਾਇਆ ਗਿਆ ਕਿ ਕਿਵੇਂ ਮੂਲ 'ਚ ਸਮਾਉਣਾ ਹੈ। ਉੱਥੇ ਅਕਾਲ ਮੂਰਤ ਉਹ ਜਿਹੜਾ ਆਪਣੇ ਮੂਲ 'ਚ ਸਮਾਇਆ ਹੋਇਆ। ਮੁਕਾਲ ਤੋਂ ਰਹਿਤ ਉਹ ਇੱਛਾ ਤੋਂ ਰਹਿਤ ਹੈ। ਇਹ ਜੀਵ ਦੀ ਉਹ ਗੱਲ ਹੈ। ਇੱਕ ਜੀਓਤ ਉਹ ਹੈ ਜਿਹੜੀ ਦੇਹਧਾਰੀ ਹੈ, ਇੱਕ ਜੋਤ ਉਹ ਹੈ ਜਿਹੜੀ ਨਿਰਾਕਾਰੀ ਹੈ। ਸਾਡੇ ਅੰਦਰ ਜੋਤ ਆਕਾਰੀ ਹੈ, ਦੇਹਧਾਰੀ ਹੈ। ਜਦੋਂ ਇਹੀ ਜੋਤ ਸਰੀਰ ਵਿੱਚ ਰਹਿੰਦਿਆਂ ਸੱਚ ਨੂੰ ਜਾਣ ਜਾਂਦੀ ਹੈ ਤਾਂ ਇਹ ਨਿਰਾਕਾਰ ਬਣ ਜਾਂਦੀ ਹੈ। ਨਿਰਾਕਾਰ ਬਣ ਕੇ ਸੱਚਖੰਡ ਵਿੱਚ ਸ਼ਾਮਲ ਹੋ ਜਾਂਦੀ ਹੈ। ਸੋ ਫਰਕ ਇੰਨਾ ਹੀ ਹੈ ਕਿ ਕਾਗਦ ਕਲਮ ਨਾਲ ਲਿਖਣ ਹਾਰ
कि कोई ऐसा कागज नहीं है, कोई ऐसी कलम नहीं है, कोई ऐसी स्याही नहीं है कि उस सच बारे भी कोई लिख दवे। लिखिया भी बहुत कुछ है, लिख के भी उन्होंने कहा भी साढ़े हथ खड़े है। सब कुछ जान के भी आख्या नहीं जान जाई, कछु रूप रेखं कहाँ वास्ता को फिर कौन पेखं। 10वें पातशाह कहते रूप न रेख न रंग किश त्रिह गुण ते प्रभ भिन्न, जिसे बुझाए नानका जिस होवे सो प्रसन्न। सब कुछ है मेरे मना तेनों उन्होंने दिता है, बा प्रूफ रिटन दिते ने, पर तू फिर भी नहीं समझ रहा। सो मन्ने का वह करन विचार, जिन्हां ने हुक्म मन्ने, इन्नी का आग्ञा दी है पातशाह ने कि जिन्हां ने भी हुक्म मन्ने, जे तुसी उन्हां बारे बैठ के विचार करो तो तुहानू प्राप्ति हो सकती है। हुण जिन्हां ने हुक्म मन्ने उन्होंने गुरबाणी लिखी है, हुण गुरबाणी की विचार करनी पऊगी। हाँ, जो उन्होंने आप अपनी अंतरात्मा बारे आप लिख के दिता है, उसकी विचार करने की आग्ञा दी है उन्होंने, क्योंकि उस व्याख्या की विचार नाल ही मन थिर हो सकता है। असी विचार करनी है, सानू ऑर्डर गुरबाणी की विचार करन दा। सीधा लिखा मन्ने का वह करन विचार, कि हे मेरे मना जिन्हां ने हुक्म मन्निया सीगा उन्हां दी गुरबाणी है, गुरबाणी ते भरोसा करना है, ये एक एक वचन नूं विचारना है। जदों तू इस हुक्म नूं वचनां नूं विचारी चलेगा, समझी चलेगा, तो तेरा जिहड़ा जीवन है वो श्रेष्ठ होगा। ते जे उहनूं ना मन्निया विचारिया तो जीवन श्रेष्ठ नहीं हो सकता। जिवें भगत कबीर साहब जी दसदे आ, गुरबाणी दे विच उन्हां दा एक वचन आउंदा है कि कहो कबीर मन मान्या, मन मान्या तो हर जाने। पहला मन मनना भी चाहिए ना, मन्ने कावे करन विचार। हर वेले अपने अंदर बैठ, पातशाह कहते बैठ के उसकी विचार कर। हर एक पक्ष तो अपने मन नूं चंगी तरह समझा, संसारी भी दस, उहनूं निराकारी भी गल दस, उन्हां गल्लां दे पुटांतरे कर भी इहदे विचों आ फायदा, इहदे विचों आ नुकसान है, इहदे च आ नुकसान है, इहदे च आ फायदा। कल्ली कल्ली गल अपने ते घटाउंदा चल, फिर किते जाके प्राप्ति का साधन बन सकता है। सो उस तो अगे पातशाह कहते ऐसा नाम निरंजन होए, जे को मन जाना मन कोए। सो भगत कबीर साहब जी दसदे है, कहते प्रेम पलीता सुरत हवाई, गोला ज्ञान चलाया। कहो कबीर जिन दिया पलीता, तिन ऐसी झल देखी। ये गुरबाणी च वचन है। पातशाह मनण की मंजिल दस रहे हैं कि ऐसा नाम है वो, ऐसा नाम निरंजन होए। वो माया तो रहता नाम, उन्होंने मैल नहीं लग सकती, उन्होंने कोई फड़ नहीं सकता, उन्होंने कोई साਂਭ के नहीं रख सकता। वो किसी चीज़ के विच बाउंड नहीं हो सकता। जिहड़ा नाम है वो चेतन नाम है, वो बिना कन्ना दे सुनने वाली बाणी है, वो प्रगट ही हुंदा, वो फुरदा ही है, वो बेदाग है, वो प्रगास है, वो कालख तो रहता है, निरंजन है, हुक्म है वो ऐसा विस्फोट है कि जदों हिरदे विच आउंदा है तो जिन्नी भी हिरदे च माया हुंदी है साड़ के रख दिंदा है। प्रेम पलीता सुरत हवाई, हवाई हो जाती है सुरत, चारे पक्षां की सोझी हो जाती है सुरत नूं, तिन्ने लोकां की सोझी हो जाती है जदों, उदों फिर उहदे अंदर गोला है जिहड़ा ज्ञान चलाया, फिर वो गोले वांगू विस्फोट करदा हुआ ज्ञान। तिथे ज्ञान खंड में ज्ञान प्रचंड, इन्ना ज़्यादा सुग्यान आ जाता गुरमुख नूं कि सारी दुनिया सारी सृष्टि की सोझी हुंदी है कि किवें हुक्म चल रहे हैं। ज्ञान का गोला चल जाता है, तो जिसने पूरा मन्निया उसके हिरदे विच धमाका हुंदा है, उही जानदा है। ते जो उसने जनाया, जिस तू जनाए सोई जन जाना। होर कोई की दसे, जिन्हां ने गुरबाणी सुनी है, समझी है, मन्नी है, हुक्म विच आए ने, माया दी इच्छा छड्डियां ने, सुन के फिर मन्निया, मन के फिर भाव किया, भाणे नूं मिठा मन्निया, उन्हां नूं ये हुक्म सुणदा सीधा
ਉਹੀ ਜਾਣਦੇ ਨੇ ਕਿ ਉਹ ਕੈਸਾ ਹੈ। ਤਾਂ ਜਿਵੇਂ ਪਾਤਸ਼ਾਹ ਕਹਿੰਦੇ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤਾਂ ਕਿਆ ਕਹੀਏ। ਸੋ ਐਸਾ ਨਾਮ ਨਿਰੰਜਨ ਹੋਏ, ਹੁਣ ਵੀ ਹੈ। ਨਾਮ ਸੁਣਦਾ ਹੈ। ਕਿਸ ਨੂੰ ਸੁਣਦਾ ਹੈ? ਉਹ ਨਾਮ ਕਿਹਨੂੰ ਸੁਣਦਾ ਹੈ? ਜਿਹਦੇ ਕੋਲ 7 ਸੰਤੋਖ ਹੋਵੇ, 68 ਇਸ਼ਨਾਨ ਹੋਵੇ, ਪੜ ਪੜ ਪਾਵੇ ਮਾਨ ਹੋਵੇ, ਲਾਗੈ ਸਹਿਜ ਧਿਆਨ ਹੋਵੇ। ਆਹ ਕੁਛ ਜਿਹਦੇ ਕੋਲ ਪਹਿਲਾਂ ਹੋਊਗਾ ਉਹਨੂੰ ਤੁਰ ਕੀ ਬਾਣੀ ਸੁਣਦੀ ਹੈ। ਤੇ ਉਹ ਜਿਹਨੂੰ ਸੁਣਦੀ ਹੈ ਉਹ ਹੈ ਭਗਤ। ਏਕ ਭਗਤ ਮੇਰੇ ਹਿਰਦੇ ਵਸੈ, ਨਾਮੇ ਦੇਖ ਨਾਰਾਇਣ ਹਸੈ। ਉਹ ਹੁਕਮ ਨੂੰ ਦੇਖ ਕੇ ਜਿਹੜਾ ਨਾਰਾਇਣ ਹੈ, ਭਰਮ ਤੋਂ ਰਹਿਤ ਹੈ, ਨਾਮਾ ਜਿਹੜਾ ਮਨ ਹੈ ਉਹ ਹੱਸ ਪੈਂਦਾ ਵੀ ਉਹ ਇਹ ਤਾਂ ਮੇਰੇ ਅੰਦਰ ਹੀ ਸੀ। ਉਹ ਆਪਣੇ ਆਪ ਨੂੰ ਵੇਖ ਕੇ ਹੀ ਪ੍ਰਸੰਨ ਹੋ ਜਾਂਦਾ, ਕਿਉਂਕਿ ਨਾਮਾ ਵੀ ਹੁਕਮ ਸਰੂਪ ਹੀ ਹੈ। ਸੋ ਜੇ ਕੋ ਮਨ ਜਾਣੈ ਮਨ ਕੋਏ, ਪਾਤਸ਼ਾਹ ਕਹਿੰਦੇ ਆ 954 ਅੰਗ ਦੇ ਉੱਪਰ, ਮੰਨੇ ਨਾਉ ਸੋਈ ਜਣ ਜਾਏ, ਔਰੀ ਕਰਮ ਨਾ ਲੇਖੇ ਲਾਏ। ਜਿਹਨੇ ਹੁਕਮ ਨੂੰ ਮੰਨ ਲਿਆ ਸੋਈ ਜਾਣਦਾ, ਔਰੀ ਕਰਮ, ਉਹ ਆਪਣੀ ਸੁਰਤ ਨੂੰ ਹੋਰ ਕਿਸੇ ਪਾਸੇ ਨਹੀਂ ਲਾਉਂਦਾ। ਔਰੀ ਕਰਮ ਨਾ ਲੇਖੇ ਲਾਏ, ਉਹ ਕਿਸੇ ਲੇਖੇ ਵਿੱਚ ਨਹੀਂ ਸੁਰਤ ਨੂੰ ਪੈਣ ਦਿੰਦਾ, ਕਿਉਂਕਿ ਉਹ ਲੇਖਾ ਲਿਖਦਾ ਹੀ ਨਹੀਂ, ਉਹ ਮੰਨਦਾ ਹੀ ਨਹੀਂ ਵੀ ਉਹ ਕਰਮ ਵੀ ਕੋਈ ਚੀਜ਼ ਹੁੰਦੀ ਹੈ। ਉਹ ਕਹਿੰਦਾ ਹੁੰਦਾ ਤਾਂ ਉਹ ਹੈ ਜੋ ਉਹਦਾ ਭਾਣਾ, ਵੀ ਮੈਂ ਤਾਂ ਕੁਝ ਕਰ ਹੀ ਨਹੀਂ ਸਕਦਾ, ਮੈਂ ਕਿਵੇਂ ਕਰਮ ਕੋਈ ਕਰ ਲੂੰਗਾ। ਸਾਰੀ ਉਹਦੀ ਆਪਦੀ ਖੇਡ ਹੈ। ਉਸ ਖੇਡ ਦੇ ਵਿੱਚ ਗੁਰਮੁਖ ਭਗਤ ਆਪਣਾ ਜੀਵਨ ਬਸਰ ਕਰਕੇ ਇਸ ਭਾਵ ਸਾਗਰ ਦੇ ਅੰਦਰੋਂ ਸੁਖ ਸਾਗਰ ਵਿੱਚ ਸਦਾ ਲਈ ਥਿਰ ਹੋ ਜਾਂਦਾ ਹੈ। ਇੱਥੋਂ ਤੱਕ ਇਹ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਤਾਂ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ